ਇੰਟਰਨੈਸ਼ਨਲ ਸਟੂਡੈਂਟ ਦੀ ਫੀਸਿਸ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਹੈ ਅਤੇ ਇਸ ਮੁੱਦੇ ਨੂੰ ਆਪਾਂ ਕੰਸੀਡਰ ਕਰਨ ਵਾਸਤੇ, ਇਹਨੂੰ ਆਪਾਂ ਸੋਲਵ ਕਰਨ ਵਾਸਤੇ ਇਹ ਕੈਂਪੇਨ ਸ਼ੁਰੂ ਕੀਤੀ ਹੈ ਜਿਹਦਾ ਨਾਮ ਹੈ ਨੀਡ ਔਰ ਗ੍ਰੀਡ ਕੈਂਪੇਨ। ਫੀਸਿਸ ਇੰਨੀਆਂ ਜ਼ਿਆਦਾ ਹੈਗੀਆਂ ਕਿ ਆਪਾਂ ਆਪ ਸੇਵ ਅਪ ਕਰਨ ਵਾਸਤੇ ਹਰ ਰੋਜ਼ ਕੰਮ ਕਰ ਰਹੇ ਹਾਂ, ਹਰ ਰੋਜ਼ ਇੰਨਾ ਜ਼ਿਆਦਾ ਸਟਰਗਲ ਕਰ ਰਹੇ ਹਾਂ ਅਤੇ ਬਾਅਦ 'ਚੋਂ ਆਪਾਂ ਫੀਸਿਸ ਇੰਨੀਆਂ ਜ਼ਿਆਦਾ ਆਪਾਂ ਕਾਲਜ ਨੂੰ ਪੇ ਬੈਕ ਕਰ ਦਿੰਦੇ ਹਾਂ। ਅਤੇ ਉਹ ਸਟੋਰੀਜ਼ ਜਿਹੜੀਆਂ ਹੁੰਦੀਆਂ ਉਹ ਬਹੁਤ ਹੀ ਜ਼ਿਆਦਾ ਸੈਡ ਸੀ। ਗਵਰਨਮੈਂਟ ਫੰਡਿੰਗ ਬਹੁਤ ਘੱਟ ਹੈਗੀ ਓਨਟਾਰੀਓ ਵਿੱਚ, ਤਾਂ ਕਰਕੇ ਕਾਲਜਿਸ ਜ਼ਿਆਦਾ ਰਿਲਾਈ ਕਰ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਮਨੀ 'ਤੇ, ਉਹਨਾਂ ਦੇ ਆਪਰੇਸ਼ਨਸ ਵਾਸਤੇ, ਇਨਫਰਾਸਟਰਕਚਰ ਵਾਸਤੇ। ਅਤੇ ਜੇ ਆਪਾਂ ਗੱਲ ਕਰੀਏ ਕਿ ਇੰਨਾ ਜ਼ਿਆਦਾ ਰਿਲਾਇੰਸ ਕਾਲਜਿਸ ਦਾ, ਜੇ ਇਨ ਕੇਸ ਇੰਟਰਨੈਸ਼ਨਲ ਸਟੂਡੈਂਟਸ ਘੱਟ ਹੋ ਜਾਂਦੇ ਹੈ ਅਤੇ ਐਡੂਕੇਸ਼ਨ ਜਿਹੜਾ ਇੱਥੇ ਓਨਟਾਰੀਓ ਦਾ ਐਡੂਕੇਸ਼ਨ ਸਿਸਟਮ ਜਾਂ ਕੈਨੇਡਾ ਦਾ ਆਪਾਂ ਓਵਰਆਲ ਗੱਲ ਕਰੀਏ, ਇਹ ਬਹੁਤ ਅਨਸਸਟੇਨੇਬਲ ਹੈ। ਹਾਰਡਸ਼ਿਪਸ ਸੇਮ ਹੈਗੀਆਂ, ਜੇ ਡੋਮੈਸਟਿਕ ਸਟੂਡੈਂਟਸ ਵਾਸਤੇ ਹਾਰਡਸ਼ਿਪ ਸੀਗੀਆਂ ਡਿਊਰਿੰਗ ਕਰੋਨਾ, ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ ਹਾਰਡਸ਼ਿਪ ਸੀਗੀਆਂ, ਉਹਨਾਂ ਨੇ ਵੀ ਸਫਰ ਕੀਤਾ ਅਤੇ ਉਹਨਾਂ ਦਾ 3% 'ਤੇ ਹੈ ਅਤੇ ਸਾਡਾ 20% 'ਤੇ ਕੈਪ ਹੈ। ਇਹ 20% ਨੂੰ ਜਾਂ ਫਿਰ ਤਾਂ ਟੈਂਪਰੇਰੀ ਫਰੀਜ਼ ਕੀਤਾ ਜਾਵੇ ਸੋ ਦੈਟ ਕਿ ਜਿਹੜੇ ਹਰ ਸਾਲ 20% ਇਨਕਰੀਜ਼ ਹੋ ਜਾਂਦੀ ਹੈ ਫੀਸ, ਉਹ ਨਾ ਹੋਵੇ, ਜਾਂ ਇਹਨੂੰ ਘਟਾ ਕੇ 3% 'ਤੇ ਲੈ ਕੇ ਆਓ। ਟੀਵੀ ਪੰਜਾਬ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸਾਥੀਓ, ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਆਪਣੇ ਆਪ 'ਚ ਇੱਕ ਬਹੁਤ ਵੱਡਾ ਮੁੱਦਾ ਹੈ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਇੱਥੋਂ ਦੀ ਲਾਈਫ ਦਾ ਪਾਰਟ ਐਂਡ ਪਾਰਸਲ ਬਣ ਗਏ ਨੇ। 6 ਲੱਖ ਤੋਂ ਜ਼ਿਆਦਾ ਸਟੂਡੈਂਟ ਹਰ ਸਾਲ ਵੱਖ-ਵੱਖ ਦੇਸ਼ਾਂ ਤੋਂ ਇੱਥੇ ਪੜ੍ਹਨ ਲਈ ਆਉਂਦੇ ਨੇ, ਪਰ ਉਹਨਾਂ ਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਖੱਜਲ ਹੋਣਾ ਪੈਂਦਾ ਕਿਉਂਕਿ ਉਹਨਾਂ ਤੋਂ ਬਹੁਤ ਫੀਸਾਂ ਲਈਆਂ ਜਾਂਦੀਆਂ ਨੇ, ਜਿਹੜੀਆਂ ਕਿ ਇੱਥੋਂ ਦੇ ਡੋਮੈਸਟਿਕ ਸਟੂਡੈਂਟਸ ਦੇ ਮੁਕਾਬਲੇ 4-5 ਗੁਣਾ ਜ਼ਿਆਦਾ ਨੇ। ਉਸ ਤੋਂ ਇਲਾਵਾ ਹੋਰ ਕਈ ਤਰੀਕੇ ਦੀ ਸਟਰਗਲ ਉਹਨਾਂ ਨਾਲ ਜੁੜੀ ਹੈ। ਇਸ ਤਮਾਮ ਇਸ਼ੂ ਨੂੰ ਲੈ ਕੇ ਅਸੀਂ ਗੱਲਬਾਤ ਲਈ ਅੱਜ ਮੰਤਰਿਤ ਕੀਤਾ ਹੈ। ਸੈਂਟੇਨੀਅਲ ਕਾਲਜ ਸਟੂਡੈਂਟ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਨੇ, ਟੋਰਾਂਟੋ ਤੋਂ ਸਾਡੇ ਨਾਲ ਜੁੜ ਰਹੇ ਨੇ ਜਗਤਾਰ ਸਿੰਘ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਗਤਾਰ ਸਿੰਘ ਜੀ, ਤੁਹਾਡਾ ਸਵਾਗਤ ਹੈ ਟੀਵੀ ਪੰਜਾਬ 'ਤੇ। ਥੈਂਕ ਯੂ ਸੋ ਮਚ ਜੀ। ਜਗਤਾਰ ਸਿੰਘ ਜੀ, ਜਿਹੜੀ ਇਹ ਨੀਡ ਐਂਡ ਗ੍ਰੀਡ ਕੈਂਪੇਨ ਤੁਸੀਂ ਚਲਾਈ ਹੈਗੀ ਹੈ, ਕਈ ਸਟੂਡੈਂਟਸ ਆਰਗੇਨਾਈਜੇਸ਼ਨ ਨੇ ਇਕੱਠੇ ਹੋ ਕੇ ਓਨਟਾਰੀਓ ਸਟੇਟ ਦੇ ਵਿੱਚ, ਇਹ ਕੀ ਹੈਗੀ ਹੈ, ਇਹਦੇ ਬਾਰੇ ਦੱਸੋ ਜੀ। ਅਤੇ ਜਿੱਦਾਂ ਤੁਸੀਂ ਹੁਣੇ ਦੱਸਿਆ ਕਿ ਇੰਟਰਨੈਸ਼ਨਲ ਸਟੂਡੈਂਟ ਦੀ ਫੀਸਿਸ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਹੈ ਅਤੇ ਇਸ ਮੁੱਦੇ ਨੂੰ ਆਪਾਂ ਕੰਸੀਡਰ ਕਰਨ ਵਾਸਤੇ, ਇਹਨੂੰ ਆਪਾਂ ਸੋਲਵ ਕਰਨ ਵਾਸਤੇ ਇਹ ਕੈਂਪੇਨ ਸ਼ੁਰੂ ਕੀਤੀ ਹੈ ਜਿਹਦਾ ਨਾਮ ਹੈ ਨੀਡ ਔਰ ਗ੍ਰੀਡ ਕੈਂਪੇਨ। ਅਤੇ ਇਹ ਓਨਟਾਰੀਓ ਵਿੱਚ ਜਿੰਨੀਆਂ ਵੀ ਸਟੂਡੈਂਟ ਐਸੋਸੀਏਸ਼ਨਸ ਹੈਗੀਆਂ, ਜਿੱਦਾਂ ਇਹ ਸ਼ੁਰੂ ਕੀਤੀ ਗਈ ਸੀਗੀ CSI, ਜਿਹਨੂੰ ਕੋਨਿਸਟੋਗਾ ਸਟੂਡੈਂਟ ਐਸੋਸੀਏਸ਼ਨ ਕਹਿੰਦੇ ਹੈਗੇ ਹੈ। ਫਿਰ ਆਪਾਂ ਕਿੰਨੀਆਂ ਸਾਰੀਆਂ ਸਟੂਡੈਂਟ ਐਸੋਸੀਏਸ਼ਨਸ ਨੇ ਮਿਲ ਕੇ, ਜਿੱਦਾਂ CSI ਸੀਗੀ, ਕੋਨਿਸਟੋਗਾ ਸਟੂਡੈਂਟ ਇਨਕਾਰਪੋਰੇਟਡ, ਦੈਨ ਹੰਬਰ ਦੀ ਇਗਨਾਈਟ ਸਟੂਡੈਂਟ ਐਸੋਸੀਏਸ਼ਨ ਹੈਗੀ, ਸੈਂਟੇਨੀਅਲ ਕਾਲਜ ਸਟੂਡੈਂਟ ਐਸੋਸੀਏਸ਼ਨ, ਦੈਨ ਕੈਂਬਰੀਅਨ ਸਟੂਡੈਂਟ ਐਸੋਸੀਏਸ਼ਨ ਅਤੇ ਹੋਰ ਵੀ ਕਈ ਸਟੂਡੈਂਟ ਐਸੋਸੀਏਸ਼ਨਸ ਨੇ ਇਕੱਠੇ ਹੋ ਕੇ ਇੱਕ ਕੈਂਪੇਨ ਜਾਰੀ ਕੀਤੀ ਹੈਗੀ ਹੈ। ਇਹਦਾ ਕਾਫੀ ਸਾਰੀ ਇਹਨਾਂ ਦੀਆਂ ਆਸਕਸ ਹੈਗੀਆਂ, ਜਿੱਦਾਂ ਗਵਰਨਮੈਂਟ ਤੋਂ ਸਾਡੇ ਕਿੰਨੀਆਂ ਸਾਰੀਆਂ ਮੰਗਾਂ ਹੈਗੀਆਂ ਅਤੇ ਇਹ ਐਕਚੁਅਲੀ ਇਹਦਾ ਮੇਨ ਮੁੱਦਾ ਆਹੀ ਹੈਗਾ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੀਆਂ ਫੀਸਿਸ ਇੰਨੀਆਂ ਜ਼ਿਆਦਾ ਇਨਕਰੀਜ਼ ਹੋ ਰਹੀਆਂ, ਉਹਨੂੰ ਆਪਾਂ ਕਿਸ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ, ਕਿੱਦਾਂ ਆਪਾਂ ਇਸ ਮੁੱਦੇ ਨੂੰ ਗਵਰਨਮੈਂਟ ਦੇ ਸਾਹਮਣੇ ਰੱਖੀਏ ਅਤੇ ਕਾਲਜਿਸ ਦੇ ਸਾਹਮਣੇ ਰੱਖੀਏ ਸੋ ਦੈਟ ਤੇ ਇਸ ਮੁੱਦੇ ਉੱਤੇ ਅਟੈਂਸ਼ਨ ਆਵੇ ਅਤੇ ਆਪਾਂ ਇਹਨੂੰ ਸੋਲਵ ਕਰ ਸਕੀਏ ਸਾਰੇ ਜਣੇ ਮਿਲ ਕੇ। ਜਗਤਾਰ ਜੀ, ਇਹ ਕਦੋਂ ਤੁਸੀਂ ਜਿਹੜੀ ਨੀਡ ਐਂਡ ਗ੍ਰੀਡ ਜਿਹੜੀ ਹੈਗੀ ਕੈਂਪੇਨ, ਇਹ ਕਦੋਂ ਸ਼ੁਰੂ ਕੀਤੀ ਸੀ? ਅਤੇ ਇਹਦੇ 'ਚ ਇਹ ਵੀ ਦੱਸਿਓ ਕਿ ਸਿਰਫ ਸਟੂਡੈਂਟ ਹੀ ਇਹਦੇ ਮੈਂਬਰ ਬਣ ਰਹੇ ਨੇ ਜਾਂ ਨੌਨ ਸਟੂਡੈਂਟ ਜਿਹੜੇ ਪ੍ਰੀਵੀਅਸ ਸਟੂਡੈਂਟ ਸੀਗੇ ਜਾਂ ਜਿਹੜੇ ਪਾਸ ਆਊਟ ਕਰ ਚੁੱਕੇ ਉਹ ਵੀ ਇਹਦੇ ਮੈਂਬਰ ਬਣ ਰਹੇ ਨੇ? ਬਾਹਰੋਂ ਵੀ ਸਪੋਰਟ ਮਿਲ ਰਹੀ ਹੈ ਕੋਈ? ਨਹੀਂ ਸਰ, ਇਹ ਜਿੱਦਾਂ ਤੁਹਾਨੂੰ ਪਤਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਕਾਫੀ ਉਹਦੇ ਆਉਂਦੇ ਹੈਗੇ ਹੈ ਅਤੇ ਬਟ ਜਿੱਦਾਂ ਸਟੂਡੈਂਟ ਐਸੋਸੀਏਸ਼ਨਸ ਪਾਰਟ ਬਣ ਰਹੀਆਂ ਹੈਗੀਆਂ, ਗ੍ਰੈਜੂਏਟ ਜਿਹੜੇ ਹੋ ਚੁੱਕੇ ਹੈਗੇ ਸਟੂਡੈਂਟ ਸਾਡੇ ਨਾਲ, ਉਹ ਵੀ ਹੈਗੇ ਹੈ। ਅਤੇ ਜਿੱਦਾਂ ਸਟੂਡੈਂਟ ਐਸੋਸੀਏਸ਼ਨਸ ਆਪਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਹੋ ਗਈ, ਆਪਾਂ ਉਹਨਾਂ ਨੂੰ ਵੀ ਅਪਰੋਚ ਕੀਤਾ ਸੀਗਾ। ਅਤੇ ਜੇ ਆਪਾਂ ਗੱਲ ਕਰੀਏ ਕਦੋਂ ਸ਼ੁਰੂ ਹੋਈ ਸੀ, ਆਪਾਂ ਅਰਾਊਂਡ 3-4 ਮਹੀਨੇ ਹੋ ਗਿਆ ਇਸ ਨੂੰ ਸਾਰਿਆਂ ਨੂੰ ਇੰਟਰੋਡਿਊਸ ਕਰਦੇ ਹੋਏ, ਸਾਰਾ ਆਈਡੀਆ ਕਰਦੇ ਹੋਏ ਕਿ ਕਿਸ ਤਰੀਕੇ ਨਾਲ ਆਪਾਂ ਪੁੱਲ ਆਫ ਕਰਨਾ ਹੈਗਾ। ਅਤੇ ਆਪਾਂ ਨਵੰਬਰ 17 ਨਵੰਬਰ ਨੂੰ ਆਪਾਂ ਪ੍ਰੋਟੈਸਟ ਕੀਤਾ ਸੀਗਾ ਕੁਈਨਸ ਪਾਰਕ ਇੱਥੇ ਹੈਗਾ ਟੋਰਾਂਟੋ ਵਿੱਚ, ਜਿੱਥੇ ਜਿਹੜੇ ਵੀ ਮੁੱਦੇ ਹੁੰਦੇ ਆ ਉਹ ਚੱਕੇ ਜਾਂਦੇ, ਪ੍ਰੋਟੈਸਟ ਹੁੰਦਾ ਅਤੇ ਕਾਫੀ ਪੀਸਫੁਲ ਪ੍ਰੋਟੈਸਟ ਸੀਗਾ, ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਮੌਜੂਦ ਸੀਗੇ ਕਾਫੀ ਸੰਖਿਆ ਵਿੱਚ। ਅਤੇ ਜੇ ਆਪਾਂ ਗੱਲ ਕਰੀਏ ਨੌਨ ਸਟੂਡੈਂਟ ਬਾਡੀਜ਼ ਦੀ, ਵਰਲਡ ਸਿੱਖ ਆਰਗੇਨਾਈਜੇਸ਼ਨਸ ਸਾਡੇ ਨਾਲ ਸੀਗੀ, ਓਨਟਾਰੀਓ ਖਾਲਸਾ ਦਰਬਾਰ ਜਿਹੜਾ ਕਿ ਟੋਰਾਂਟੋ ਵਿੱਚ ਸਭ ਤੋਂ ਜ਼ਿਆਦਾ
ਵੱਡੇ ਲੈਵਲ ਤੇ ਗੁਰਦੁਆਰਾ ਸਾਹਿਬ ਦੀ ਸੁਸਾਇਟੀਜ਼ ਹੈਗੀਆਂ ਉਹ ਵਾਲੀ ਸਾਡੇ ਨਾਲ ਸੀਗੀ, ਤੇ ਇੱਦਾਂ ਹੋਰ ਵੀ ਕਈ ਆਰਗੇਨਾਈਜੇਸ਼ਨ ਸੀਗੀਆਂ ਜਿਹੜੀਆਂ ਸਾਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪੋਰਟ ਕਰ ਰਹੀਆਂ ਸੀਗੀਆਂ। ਜੇ ਆਪਾਂ ਗੱਲ ਕਰੀਏ ਮਿਨਿਸਟਰਸ ਦੇ ਉੱਥੇ MP ਆਏ ਹੋਏ ਸੀਗੇ ਜਿਹੜੇ ਸਾਨੂੰ ਸਪੋਰਟ ਕਰਨ ਵਾਸਤੇ ਉਸ ਪ੍ਰੋਟੈਸਟ ਵਿੱਚ ਸ਼ਾਮਿਲ ਹੋਏ ਸੀਗੇ। ਤੇ ਜੇ ਆਪਾਂ ਕਹੀਏ ਕਿ ਗਵਰਨਮੈਂਟ ਦਾ ਵੀ ਥੋੜਾ ਜਿਹਾ ਇਨਕਲੂਜਨ ਹੈਗਾ ਹੈ, ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈ, ਜਿੱਦਾਂ ਕੁਝ MPPs ਕਰ ਰਹੇ ਹੈ, ਤੇ ਹੋਰ ਵੀ ਕਾਫੀ ਸਾਰੀਆਂ ਸੰਸਥਾਵਾਂ ਸਾਨੂੰ ਸਪੋਰਟ ਕਰ ਰਹੀਆਂ ਹੈਗੀਆਂ। ਤੁਸੀਂ ਜਗਤਾਰ ਖੁਦ ਇੱਕ ਸਟੂਡੈਂਟ ਹੈਗੇ ਹੋ, ਤੁਸੀਂ ਆਪਣੇ ਬਾਰੇ ਦੱਸੋ, ਕੀ ਸਟੱਡੀ ਕਰ ਰਹੇ ਹੋ, ਕਦੋਂ ਤੁਸੀਂ ਇੰਡੀਆ ਤੋਂ ਆਏ ਸੀ ਇੱਥੇ ਸਟੱਡੀ ਕਰਨ ਲਈ? ਮੈਂ ਸੈਪਟੈਂਬਰ 2021 ਵਿੱਚ ਆਇਆ ਸੀ ਕੈਨੇਡਾ, ਟੋਰਾਂਟੋ ਵਿੱਚ ਆਇਆ, ਤੇ ਮੈਂ ਰਾਈਟ ਨਾਓ ਈਅਰ 2 ਸਟੂਡੈਂਟ ਹਾਂ, ਤੇ ਮੈਂ ਐਰੋਸਪੇਸ ਇੰਜੀਨੀਅਰਿੰਗ ਦਾ ਕੋਰਸ ਕਰ ਰਿਹਾ ਸੈਂਟੀਨਲ ਕਾਲਜ ਤੋਂ। ਤੇ ਮੇਰਾ ਪਰਸਨਲ ਐਕਸਪੀਰੀਅੰਸ ਵੀ ਆਹੀ ਸੀਗਾ, ਆਲਦੋ ਆ ਥੋੜੀ ਜਿਹੀ ਕਾਫੀ ਵਨਰੇਬਲ ਸਟੋਰੀ ਹੈਗੀ ਹੈ, ਬਟ ਜਿੱਦਾਂ ਹੀ ਮੇਰਾ ਸੈਂਟੀਨਲ ਕਾਲਜ ਦਾ ਆਫਰ ਲੈਟਰ ਆਇਆ ਸੀ ਤੇ 20,000 ਮੇਰੀ ਫੀਸ ਸੀਗੀ ਇੱਕ ਸਾਲ ਦੀ ਭਰਨੀ ਪੈਂਦੀ ਹੈ, 20,000 ਤੇ 10,500 ਜਿਹੜੀ GIC ਹੁੰਦੀ ਹੈ, ਜਿਹੜੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਭਰਦੇ ਹੈਗੇ ਆ। ਤੇ ਹੁਣ 30,000 ਕੈਨੇਡੀਅਨ ਡਾਲਰ ਇਕੱਠਾ ਕਰਨਾ ਇੱਕ ਮਿਡਲ ਕਲਾਸ ਫੈਮਿਲੀ ਵਾਸਤੇ ਨਹੀਂ ਅਫੋਰਡੇਬਲ ਹੈਗੇ, ਬਹੁਤ ਜ਼ਿਆਦਾ ਪੈਸੇ ਹੈਗੇ ਹੈ। ਤੇ ਪਰਸਨਲੀ ਮੇਰੇ ਪੇਰੈਂਟਸ ਨੇ ਕੀ ਕੀਤਾ ਸੀ, ਆਪਾਂ ਲੋਨ ਲਿਆ ਸੀਗਾ ਪ੍ਰਾਈਵੇਟ, ਸੋ ਦੈਟ ਕਿ ਉਹ ਮੇਰੀ ਫੀਸ ਫੰਡ ਕਰ ਸਕਣ ਕੈਨੇਡਾ ਦੀ, ਤੇ ਨਾਲ ਹੀ ਆਪਾਂ ਇੱਕ ਪ੍ਰੋਪਰਟੀ ਸੈਲ ਕੀਤੀ ਸੀ ਸੋ ਦੈਟ ਕਿ ਆਪਾਂ ਉਹ ਫਿਰ ਲੋਨ ਆਪਾਂ ਪੇ ਬੈਕ ਕਰ ਸਕੀਏ। ਤੇ ਹੁਣ ਆਲਦੋ ਇਹ ਸਟੋਰੀ ਬਹੁਤ ਵਲਨਰੇਬਲ ਹੈਗੀ ਹੈ, ਬਟ ਮੈਂ ਕਾਹਤੋਂ ਸ਼ੇਅਰ ਕਰ ਰਿਹਾ, ਬਿਕਾਜ਼ ਮੈਂ ਇੰਟਰਨੈਸ਼ਨਲ ਸਟੂਡੈਂਟ ਹੈਗਾ, ਮੈਂ ਵਾਈਸ ਪ੍ਰੈਜ਼ੀਡੈਂਟ ਹੈਗਾ, ਮੈਂ ਇੰਨੇ ਸਟੂਡੈਂਟਸ ਨੂੰ ਰੀਪ੍ਰਜੈਂਟ ਕਰ ਰਿਹਾ ਹੈਗਾ। ਜੇ ਮੈਂ ਹੀ ਆਪਣੀ ਸਟੋਰੀ ਖੋਲ ਕੇ ਨਹੀਂ ਸਾਹਮਣੇ ਰੱਖ ਪਾਊਂਗਾ ਤੇ ਫਿਰ ਬਾਕੀ ਸਟੂਡੈਂਟਸ ਨੂੰ ਕਿੱਦਾਂ ਐਨਕਰੇਜਮੈਂਟ ਮਿਲੇਗੀ ਆਉਣ ਵਾਸਤੇ, ਅੱਗੇ ਆਪਣੀ ਸਟੋਰੀ ਸ਼ੇਅਰ ਕਰਨ ਵਾਸਤੇ। ਤੇ ਉਹੀ ਜਦੋਂ ਮੈਂ ਆਇਆ ਸੀ, ਜਦੋਂ ਇੰਨੀਆਂ ਸਾਰੀਆਂ ਫੇਸਿਸ, ਈਵਨ ਜਦੋਂ ਆਪਾਂ ਬੱਚਿਆਂ ਨਾਲ ਮੈਂ ਗੱਲ ਕਰਦਾ ਹੈਗਾ ਕਿ ਕਿੱਦਾਂ ਉਹਨਾਂ ਦੀਆਂ ਸਟੱਡੀਜ਼ ਚੱਲ ਰਹੀਆਂ, ਤੇ ਉਹਨਾਂ ਦਾ ਆਹੀ ਹੁੰਦਾ ਕਿ ਜਗਤਾਰ ਆਪਾਂ ਇੱਥੇ ਆਉਂਦੇ ਹਾਂ ਤੇ ਫੀਸਿਸ ਇੰਨੀਆਂ ਜ਼ਿਆਦਾ ਹੈਗੀਆਂ ਕਿ ਆਪਾਂ ਆਪ ਸੇਵ ਅਪ ਕਰਨ ਵਾਸਤੇ ਹਰ ਰੋਜ਼ ਕੰਮ ਕਰ ਰਹੇ ਹਾਂ, ਹਰ ਰੋਜ਼ ਇੰਨਾ ਜ਼ਿਆਦਾ ਸਟਰਗਲ ਕਰ ਰਹੇ ਹਾਂ, ਤੇ ਬਾਅਦ 'ਚੋਂ ਆਪਾਂ ਫੀਸਿਸ ਇੰਨੀਆਂ ਜ਼ਿਆਦਾ ਆਪਾਂ ਕਾਲਜ ਨੂੰ ਪੇ ਬੈਕ ਕਰ ਦਿੰਦੇ ਹਾਂ। ਤੇ ਉਹ ਸਟੋਰੀਜ਼ ਜਿਹੜੀਆਂ ਹੁੰਦੀਆਂ ਉਹ ਬਹੁਤ ਹੀ ਜ਼ਿਆਦਾ ਸੈਡ ਸੀਗੀਆਂ, ਤਾਂ ਹੀ ਕਰਕੇ ਮੈਂ ਪਰਸਨਲੀ ਬਹੁਤ ਜ਼ਿਆਦਾ ਇਨਵੋਲਵਡ ਸੀਗਾ ਇਸ ਕੈਂਪੇਨ ਵਿੱਚ, ਬਿਕਾਜ਼ ਇੰਟਰਨੈਸ਼ਨਲ ਸਟੂਡੈਂਟ ਮੈਂ ਹੈਗਾ, ਮੈਨੂੰ ਪਤਾ ਹੈਗਾ ਕੀ ਦੁੱਖ ਦਰਦ ਹੈਗਾ, ਕਿੱਦਾਂ ਆਪਾਂ ਉੱਥੇ ਈਵਨ ਕਈ ਆਪਣੇ ਘਰ ਨੂੰ ਗਿਰਵੀ ਰੱਖ ਕੇ ਫੀਸਿਸ ਭਰਦੇ ਹੈਗੇ ਕੈਨੇਡਾ ਦੀਆਂ, ਮੈਂ ਆਹ ਵੀ ਸਟੋਰੀ ਸੁਣੀ ਹੈਗੀਆਂ, ਤਾਂ ਕਰਕੇ ਮੈਂ ਆਪ ਬਹੁਤ ਜ਼ਿਆਦਾ ਇਨਵੋਲਵਡ ਸੀਗਾ ਇਸ ਕੈਂਪੇਨ ਵਿੱਚ। ਇਹ ਜਗਤਾਰ, ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਗਵਰਨਮੈਂਟ ਆਰਗੇਨਾਈਜੇਸ਼ਨ ਨਾਲ ਜਾਂ ਗਵਰਨਮੈਂਟ ਦੇ ਕਿਸੇ ਮਿਨਿਸਟਰ ਨਾਲ ਮੇਰੀ ਗੱਲਬਾਤ ਹੋਈ ਸੀ ਰੀਸੈਂਟਲੀ, ਉਹਨਾਂ ਦਾ ਇਹ ਪਲੀ ਹੁੰਦੀ ਹੈ ਕਿ ਜਿਹੜਾ ਇਨਫਰਾਸਟਰਕਚਰ ਹੁੰਦਾ ਜਾਂ ਕਾਲਜ ਦਾ ਫੀਸ ਸਟਰਕਚਰ ਹੁੰਦਾ ਉਹ ਡੋਮੈਸਟਿਕ ਸਟੂਡੈਂਟਸ ਲਈ ਹੁੰਦਾ, ਉਹਦੇ ਹਿਸਾਬ ਨਾਲ ਤੈਅ ਹੁੰਦਾ, ਅਤੇ ਇੰਟਰਨੈਸ਼ਨਲ ਸਟੂਡੈਂਟ ਜਦੋਂ ਆਉਂਦੇ ਨੇ ਹਰ ਕੰਟਰੀ ਜ਼ਿਆਦਾ ਫੀਸ ਲੈਂਦਾ ਹੈ, ਫਿਰ ਕੈਨੇਡਾ ਨੂੰ ਹੀ ਪਿਨ ਪੁਆਇੰਟ ਕਿਉਂ ਕੀਤਾ ਜਾਂਦਾ? ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਠੀਕ ਹੈ ਸਰ, ਐਕਚੁਅਲੀ ਇਹ ਨਾ ਬਹੁਤ ਸੈਂਸਿਟਿਵ ਟੌਪਿਕ ਹੈਗਾ, ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹੂੰਗਾ ਕਿ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ ਕਿੱਦਾਂ ਡਿਟਰਮਿਨ ਹੁੰਦੀ ਹੈ। ਜੇ ਆਪਾਂ ਗੱਲ ਕਰੀਏ ਕਾਲਜਿਸ ਦੀ, ਕਾਲਜ ਨੂੰ ਗਵਰਨਮੈਂਟ ਵੱਲੋਂ ਫੰਡਿੰਗ ਆਉਂਦੀ ਹੈ ਪਹਿਲਾਂ ਐਡੂਕੇਸ਼ਨ ਦੀ, ਦੈਨ ਕਾਲਜਿਸ ਕਿੱਦਾਂ ਡਿਟਰਮਿਨ ਕਰਦੇ ਕਿੰਨੀ ਫੀਸ ਲੈਣੀ ਹੈ, ਉਹਨਾਂ ਨੂੰ ਪਹਿਲਾ ਪੁਆਇੰਟ ਗਵਰਨਮੈਂਟ ਤੋਂ ਫੰਡਿੰਗ ਆਉਂਦੀ ਹੈ, ਦੂਜਾ ਪੁਆਇੰਟ ਉਹ ਟਿਊਸ਼ਨ 'ਤੇ ਰਿਲਾਈ ਕਰਦੇ ਹੈਗੇ ਜਿਹੜੀ ਉਹਨਾਂ ਨੂੰ ਸਟੂਡੈਂਟਸ ਤੋਂ ਆ ਰਹੀ ਹੈ, ਉਹ ਡੋਮੈਸਟਿਕ ਵੀ ਹੋ ਸਕਦੀ, ਇੰਟਰਨੈਸ਼ਨਲ ਵੀ ਹੋ ਸਕਦੀ ਹੈ। ਅਤੇ ਜਿਹੜਾ ਥਰਡ ਪਾਰਟ ਹੋ ਗਿਆ ਉਹ ਹੋ ਗਿਆ ਡੋਨੇਸ਼ਨਸ ਜਾਂ ਚੈਰਿਟੀਜ਼ ਵਾਟ ਨਾਟ, ਰਾਈਟ। ਹੁਣ ਜੇ ਮੈਂ ਸਪੈਸੀਫਿਕਲੀ ਓਨਟਾਰੀਓ ਦੀ ਗੱਲ ਕਰਾਂ, ਇਹ ਆਪਾਂ ਓਨਟਾਰੀਓ ਵਿੱਚ ਹੀ ਕਾਹਤੋਂ ਸ਼ੁਰੂ ਹੋਇਆ, ਆਹ ਬਾਕੀ ਪ੍ਰੋਵਿੰਸਿਸ ਵਿੱਚ ਬਹੁਤ ਘੱਟ ਹੈਗੀ ਹੈ। ਓਨਟਾਰੀਓ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਗੀ ਓਨਟਾਰੀਓ ਦੀ, ਉਹ ਸਭ ਤੋਂ ਜ਼ਿਆਦਾ ਘੱਟ ਫੰਡਿੰਗ ਦਿੰਦੀ ਹੈਗੀ ਹੈ ਪੂਰੇ ਪ੍ਰੋਵਿੰਸਿਸ ਵਿੱਚ ਕਾਲਜਿਸ ਨੂੰ। ਜਦੋਂ ਸਟੈਟਸ ਦੇਖਣੇ ਸੀਗੇ ਤੇ ਓਨਟਾਰੀਓ ਵਿੱਚ ਬਹੁਤ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਬੱਚਾ ਆਉਂਦਾ ਹੈਗਾ ਆਪਣਾ, ਬਟ ਜਦੋਂ ਦੇਖਦੇ ਹਾਂ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਇੰਨੀ ਘੱਟ ਫੰਡਿੰਗ ਦੇ ਰਹੀ ਹੈ ਕਾਲਜਿਸ ਨੂੰ ਐਡੂਕੇਸ਼ਨ ਵਾਸਤੇ, ਤੇ ਜਿਹੜੇ ਕਾਲਜਿਸ ਹੈਗੇ ਆ ਉਹ ਜ਼ਿਆਦਾ ਰਿਲਾਈ ਕਿਤੇ ਕਰਨਗੇ ਹੁਣ ਟਿਊਸ਼ਨ ਫੀਸ 'ਤੇ, ਆਪਣੇ ਆਪਰੇਸ਼ਨਸ ਵਾਸਤੇ, ਆਪਣੇ ਇਨਫਰਾਸਟਰਕਚਰ ਵਾਸਤੇ। ਹੁਣ ਜੇ ਆਪਾਂ ਗੱਲ ਕਰੀਏ ਓਨਟਾਰੀਓ ਦੀ, ਤੇ ਇਹਦੇ ਵਿੱਚ 30% ਇੰਟਰਨੈਸ਼ਨਲ ਸਟੂਡੈਂਟ 68% ਟਿਊਸ਼ਨ ਪੇ ਕਰ ਰਹੇ ਹੈ। ਇਟ ਮੀਨਸ ਕਾਲਜਿਸ ਜਿਹੜੇ ਰਿਲਾਈ ਕਰ ਰਹੇ ਉਹ ਜ਼ਿਆਦਾ ਰਿਲਾਈ ਕਰ ਰਹੇ ਟਿਊਸ਼ਨ ਤੋਂ, ਐਂਡ ਟਿਊਸ਼ਨ ਉਹਨਾਂ ਕੋਲ 30% ਜਿਹੜਾ ਬੱਚਾ ਹੈਗਾ ਇੰਟਰਨੈਸ਼ਨਲ ਸਟੂਡੈਂਟ ਜਿਹੜਾ 70% ਤੱਕ ਟਿਊਸ਼ਨ ਦੇ ਰਿਹਾ, ਤਾਂ ਕਰਕੇ ਕਾਲਜਿਸ ਕਿਤੇ ਰਿਲਾਈ ਕਰ ਰਹੇ, ਗਵਰਨਮੈਂਟ ਫੰਡਿੰਗ ਬਹੁਤ ਘੱਟ ਹੈਗੀ ਓਨਟਾਰੀਓ ਵਿੱਚ, ਤਾਂ ਕਰਕੇ ਕਾਲਜਿਸ ਜ਼ਿਆਦਾ ਰਿਲਾਈ ਕਰ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਮਨੀ 'ਤੇ, ਉਹਨਾਂ ਦੇ ਆਪਰੇਸ਼ਨਸ ਵਾਸਤੇ, ਇਨਫਰਾਸਟਰਕਚਰ ਵਾਸਤੇ। ਤੇ ਜੇ ਆਪਾਂ ਗੱਲ ਕਰੀਏ ਕਿ ਇੰਨਾ ਜ਼ਿਆਦਾ ਰਿਲਾਇੰਸ ਕਾਲਜਿਸ ਦਾ, ਜੇ ਇਨ ਕੇਸ ਇੰਟਰਨੈਸ਼ਨਲ ਸਟੂਡੈਂਟਸ ਘੱਟ ਹੋ ਜਾਂਦੇ ਹੈ, ਤੇ ਐਡੂਕੇਸ਼ਨ ਜਿਹੜਾ ਇੱਥੇ ਓਨਟਾਰੀਓ ਦਾ ਐਡੂਕੇਸ਼ਨ ਸਿਸਟਮ ਜਾਂ ਕੈਨੇਡਾ ਦਾ ਆਪਾਂ ਓਵਰਆਲ ਗੱਲ ਕਰੀਏ, ਇਹ ਬਹੁਤ ਅਨਸਸਟੇਨੇਬਲ ਹੈ।
ਇਸ ਕਰਕੇ ਆਪਾਂ ਸਾਡੀ ਪਹਿਲੀ ਮੰਗ ਸੀਗੀ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਕਿ ਜਿਹੜੀ ਫੰਡਿੰਗ ਹੈਗੀ ਹੈ ਕਾਲਜਸ ਨੂੰ ਉਹ ਇਨਕਰੀਜ਼ ਕੀਤੀ ਜਾਵੇ ਸੋ ਦੈਟ ਕਿ ਜਿਹੜੇ ਕਾਲਜਸ ਮੇਜਰਲੀ ਰਿਲਾਈ ਕਰ ਰਹੇ ਆ ਇੰਟਰਨੈਸ਼ਨਲ ਟਿਊਸ਼ਨ ਫੀਸ ਤੇ ਉਹ ਜ਼ਿਆਦਾ ਰਿਲਾਈ ਨਾ ਕਰਨ। ਇਹ ਸਾਡੀ ਪਹਿਲੀ ਮੰਗ ਸੀਗੀ। ਤੇ ਜੇ ਆਪਾਂ ਗੱਲ ਕਰੀਏ ਦੂਸਰੀ ਮੰਗ ਤੇ ਜਿੱਦਾਂ ਤੁਸੀਂ ਕਿਹਾ ਕਿ ਪਿਨ ਪੁਆਇੰਟ ਕੀਤਾ ਜਾ ਰਿਹਾ ਹੈਗਾ ਮਿਨਿਸਟਰਸ ਕਹਿ ਰਹੇ ਹੈਗੇ ਆਪਾਂ ਇਹ ਚੀਜ਼ ਨਹੀਂ ਕਹਿ ਰਹੇ ਕਿ ਇੰਟਰਨੈਸ਼ਨਲ ਟਿਊਸ਼ਨ ਐਜ਼ ਇਟ ਇਜ਼ ਘੱਟ ਕਰੋ। ਸਾਡੀ ਮੇਨ ਪੁਆਇੰਟ ਸਾਡਾ ਕੀ ਸੀਗਾ ਜਿੱਦਾਂ ਸਟੈਟਸ ਕਹਿੰਦੇ ਹੈਗੇ ਹੈ ਕਿ ਕਾਲਜਸ 20% ਤੱਕ ਇੰਟਰਨੈਸ਼ਨਲ ਟਿਊਸ਼ਨ ਇਨਕਰੀਜ਼ ਕਰ ਸਕਦੇ ਆ। ਇਟ ਮੀਨਸ ਜੇ ਆਪਾਂ ਕਾਫੀ ਆਮ ਸ਼ਬਦਾਂ ਵਿੱਚ ਲੈ ਕੇ ਚੱਲੀਏ ਜੇ ਅੱਜ ਤੁਹਾਡੀ ਫੀਸ ਜਿੰਨੀ ਵੀ ਹੈਗੀ ਹੈ ਅਗਲੇ ਸਾਲ 20% ਇਨਕਰੀਜ਼ ਹੋ ਸਕਦੀ ਹੈ। ਕਾਲਜਸ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ 20% ਇਨਕਰੀਜ਼ ਕਰਨ ਵਿੱਚ ਐਂਡ ਕਾਲਜਸ ਕਰਦੇ ਵੀ ਹੈਗੇ ਹੈ। ਤਾਂ ਕਰਕੇ ਸਾਡੀ ਤੇ ਜੇ ਆਪਾਂ ਗੱਲ ਕਰੀਏ ਡੋਮੈਸਟਿਕ ਫੀਸ ਦੀ ਤੇ ਉਹਨਾਂ ਤੇ 3% ਦਾ ਕੈਪ ਹੈਗਾ। ਇਟ ਮੀਨਸ ਕਾਲਜਸ 3% ਤੱਕ ਇਨਕਰੀਜ਼ ਕਰ ਸਕਦੇ ਉਸ ਤੋਂ ਜ਼ਿਆਦਾ ਨਹੀਂ ਕਰ ਸਕਦੇ। ਈਵਨ ਜੇ ਆਪਾਂ ਗੱਲ ਕਰੀਏ ਜਦੋਂ ਕਰੋਨਾ ਚੱਲ ਰਿਹਾ ਸੀਗਾ ਪੈਂਡੈਮਿਕ ਸੀਗਾ ਤੇ ਗਵਰਨਮੈਂਟ ਨੇ ਕੀ ਕਿਹਾ ਕਿ 3% ਵੀ ਇਨਕਰੀਜ਼ ਨਹੀਂ ਹੋਏਗਾ ਉਹਨਾਂ ਦੀ ਫੀਸ ਫਰੀਜ਼ ਕੀਤੀ ਗਈ ਸੀਗੀ ਡੋਮੈਸਟਿਕ ਸਟੂਡੈਂਟਸ ਦੀ। ਬਟ ਜਦੋਂ ਆ ਫਰੀਜ਼ ਦੀ ਗੱਲ ਆਉਂਦੀ ਇੰਟਰਨੈਸ਼ਨਲ ਸਟੂਡੈਂਟਸ ਦੀ ਤੇ ਉਹਨਾਂ ਤੇ ਕਾਹਤੋਂ ਨਹੀਂ ਫਰੀਜ਼ ਲਗਾਇਆ ਗਿਆ। ਉਹਨਾਂ ਦੀ ਉਦੋਂ ਵੀ 20% ਤੇ 20% ਦੇ ਕੈਪ ਦੀ ਗੱਲ ਹੋ ਰਹੀ ਹੈ। 20% ਨਾਲ ਇਨਕਰੀਜ਼ ਨਹੀਂ 20% ਦੀ ਕੈਪ ਦੀ ਗੱਲ ਹੋ ਰਹੀ ਹੈ ਤੇ 20% ਤੱਕ ਉਦੋਂ ਵੀ ਉਹਨਾਂ ਦੀ ਇਨਕਰੀਜ਼ ਹੋਈ ਇੰਟਰਨੈਸ਼ਨਲ ਸਟੂਡੈਂਟਸ ਦੀ ਫੀਸ। ਤੇ ਜਿਹੜਾ ਆ ਇਨਐਕੁਇਟੇਬਲ ਜਿਹੜਾ ਆ ਉਹ ਚੱਲ ਰਿਹਾ ਹੈਗਾ ਕਿ ਡੋਮੈਸਟਿਕ ਸਟੂਡੈਂਟਸ ਦੀ ਫਰੀਜ਼ ਕਰ ਦਿੱਤੀ ਗਈ ਸੀਗੀ ਜਦੋਂ ਕੋਵਿਡ ਸੀਗਾ। ਹਾਰਡਸ਼ਿਪ ਸੇਮ ਹੈਗੀਆਂ। ਜੇ ਡੋਮੈਸਟਿਕ ਸਟੂਡੈਂਟਸ ਵਾਸਤੇ ਹਾਰਡਸ਼ਿਪ ਸੀਗੀਆਂ ਡਿਊਰਿੰਗ ਕਰੋਨਾ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ ਹਾਰਡਸ਼ਿਪ ਸੀਗੀਆਂ ਉਹਨਾਂ ਨੇ ਵੀ ਸਫਰ ਕੀਤਾ ਤੇ ਉਹਨਾਂ ਦਾ 3% ਤੇ ਹੈ ਤੇ ਸਾਡਾ 20% ਤੇ ਕੈਪ ਹੈ। ਤੇ ਸਾਡੀ ਦੂਸਰੀ ਮੰਗ ਸੀ ਕਿ ਇਹ 20% ਨੂੰ ਜਾਂ ਫਿਰ ਤੇ ਟੈਂਪਰੇਰੀ ਫਰੀਜ਼ ਕੀਤਾ ਜਾਵੇ ਸੋ ਦੈਟ ਕਿ ਜਿਹੜੇ ਹਰ ਸਾਲ 20% ਇਨਕਰੀਜ਼ ਹੋ ਜਾਂਦੀ ਹੈ ਫੀਸ ਉਹ ਨਾ ਹੋਵੇ ਜਾਂ ਇਹਨੂੰ ਘਟਾ ਕੇ 3% ਤੇ ਲੈ ਕੇ ਆਓ ਸੋ ਦੈਟ ਕਿ ਡੋਮੈਸਟਿਕ ਸਟੂਡੈਂਟਸ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਫੀਸ ਸੇਮ ਇਨਕਰੀਜ਼ ਹੋਵੇ 3% ਤੇ 20 ਹਿਸਾਬ ਦਾ ਇਹ ਇਨਇਕੁਇਟੇਬਲ ਜਿਹੜਾ ਇਨਜਸਟਿਸ ਆਪਾਂ ਕਹਿ ਸਕਦੇ ਉਹ ਨਾ ਹੋਵੇ। ਇਹ ਸਾਡੀ ਦੂਸਰੀ ਮੰਗ ਸੀਗੀ। ਇਹ ਵਨ ਆਫ ਦਾ ਸਾਡੀ ਦੋ ਮੇਨ ਮੰਗਾਂ ਸੀਗੀਆਂ ਜਿਹੜੀਆਂ ਆਪਾਂ ਗਵਰਨਮੈਂਟ ਨੂੰ ਕਰ ਰਹੇ ਸੀਗੇ। ਇਹ ਜਗਤਾਰ ਤੁਸੀਂ ਇਨਕਰੀਜ਼ ਦੀ ਗੱਲ ਐਕਸਪਲੇਨ ਕੀਤੀ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਲੱਗਦਾ ਜਿਹੜਾ ਬੇਸਿਕ ਸਟੈਂਡਰਡਸ ਨੇ ਇੰਟਰਨੈਸ਼ਨਲ ਫੀਸ ਦੇ ਉਹ ਵੀ ਬਹੁਤ ਜ਼ਿਆਦਾ ਹੈਗੀ ਹੈ ਕਿ ਉਹ ਡਬਲ ਹੋਵੇ ਉਹ ਸਮਝ ਆਉਂਦੀ ਹੈ ਇਹ 4 ਗੁਣਾ 5 ਗੁਣਾ ਹੈਗੀ ਆ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਜਿਹੜੀ ਇੰਨੀ ਜ਼ਿਆਦਾ ਹੈਗੀ ਹੈ। although ਇਹ ਜਿਹੜੇ ਸਟੈਂਡਰਡਸ ਹੈਗੇ ਕੈਨੇਡੀਅਨ ਦੇ ਇਹ ਫੀਸ ਜ਼ਿਆਦਾ ਹੈਗੀ ਹੈ ਨੋ ਡਾਊਟ ਐਂਡ ਜੇ ਆਪਾਂ ਗੱਲ ਕਰੀਏ ਕੌਣ ਸਫਰ ਕਰ ਰਹੇ ਇਹ ਸਾਫ਼ ਇੰਟਰਨੈਸ਼ਨਲ ਸਟੂਡੈਂਟਸ ਤੇ ਉਹਨਾਂ ਦੇ ਪੇਰੈਂਟਸ ਜਿਨ੍ਹਾਂ ਉੱਪਰ ਫਾਈਨੈਂਸ਼ੀਅਲ ਬਰਡਨ ਹੈਗਾ ਉਹ ਸਫਰ ਕਰ ਰਹੇ ਹੈ ਐਂਡ ਓਬਵੀਅਸਲੀ ਇੰਨੀ ਜ਼ਿਆਦਾ ਫੀਸ ਨਹੀਂ ਹੋਣੀ ਚਾਹੀਦੀ ਇਹ ਤੇ ਘੱਟ ਹੋਣੀ ਚਾਹੀਦੀ ਹੈ। ਬਟ ਰਾਈਟ ਨਾਓ ਜੇ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਆਪਾਂ ਸਟੈਪ ਬਾਏ ਸਟੈਪ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੱਦਾਂ ਪਹਿਲਾ ਸਾਡਾ ਸਟੈਪ ਕੀ ਹੈਗਾ ਕਿ ਜਿਹੜਾ 20% ਤੋਂ ਘੱਟ ਕਰੋ ਫਿਰ ਦੂਸਰਾ ਸਾਡਾ ਕੀ ਹੋਏਗਾ ਹੁਣ ਕਾਲਜਸ ਦੇ ਹੱਥਾਂ ਵਿੱਚ ਹੈਗੀ ਹੈ ਕਿ ਕਿੰਨੀ ਫੀਸ ਆਪਾਂ ਲੈਣੀ ਹੈ ਸਟੂਡੈਂਟਸ ਤੋਂ ਤੇ ਆਈ ਕੈਨ ਪ੍ਰਾਊਡਲੀ ਸੇ ਕਿ ਜਿੱਦਾਂ ਆਪਾਂ ਇਹਦੇ ਇਨੀਸ਼ੀਏਟ ਕੀਤਾ ਇਹ ਕੈਂਪੇਨ ਤੇ ਸੈਂਟੀਨਲ ਕਾਲਜ ਵਾਸ ਦ ਫਰਸਟ ਕਾਲਜ ਜਿਹੜਾ ਕਹਿੰਦਾ ਕਿ ਠੀਕ ਹੈ ਆਪਾਂ ਤੁਹਾਨੂੰ ਟਰਾਂਸਪੇਰੈਂਸੀ ਦਿੰਦੇ ਹਾਂ ਕਿ ਸਾਨੂੰ ਕਿੰਨੇ ਫੰਡ ਗਵਰਨਮੈਂਟ ਤੋਂ ਆਉਂਦਾ ਹੈ ਤੇ ਕਿੰਨਾ ਆਪਾਂ ਇੰਟਰਨੈਸ਼ਨਲ ਸਟੂਡੈਂਟ ਤੋਂ ਚਾਰਜ ਕਰ ਰਹੇ ਹਾਂ ਤੇ ਕਿਸ ਤਰੀਕੇ ਨਾਲ ਆਪਾਂ ਉਹ ਫੰਡ ਯੂਜ਼ ਕਰ ਰਹੇ ਹਾਂ। ਹੁਣ ਸਾਰਾ ਸੈਂਟੀਨਲ ਕਾਲਜ ਦੀ ਵੈਬਸਾਈਟ ਤੇ ਪਿਆ ਹੋਇਆ ਐਂਡ ਵੀ ਆਰ ਰੀਲੀ ਵੈਰੀ ਹੈਪੀ ਕਿ ਜੇ ਆਪਾਂ ਆ ਚੀਜ਼ ਸ਼ੁਰੂ ਕੀਤੀ ਸੀ ਤੇ ਸਾਡਾ ਕਾਲਜ ਸਾਡਾ ਸਾਥ ਦੇ ਰਿਹਾ ਐਂਡ ਉਸ ਤੋਂ ਬਾਅਦ ਜੇ ਫੰਡਿੰਗ ਮਿਲ ਜਾਂਦੀ ਹੈਗੀ ਹੈ ਕਾਲਜਸ ਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਦੈਨ ਸਾਡਾ ਨੈਕਸਟ ਸਟੈਪ ਹੋਏਗਾ ਕਾਲਜਸ ਨੂੰ ਆਪਾਂ ਐਡਵੋਕੇਟ ਕਰੀਏ ਹੁਣ ਤੁਹਾਡੇ ਕੋਲ ਫੰਡਿੰਗ ਹੈਗੀ ਹੁਣ ਇੰਟਰਨੈਸ਼ਨਲ ਸਟੂਡੈਂਟਸ ਤੋਂ ਘੱਟ ਚਾਰਜ ਕੀਤਾ ਜਾਵੇ ਤੇ ਨੈਕਸਟ ਉਸ ਤੋਂ ਸਟੈਪ ਹੋਏਗਾ ਕਿ ਜੇ ਆਪਾਂ ਫੈਡਰਲ ਗਵਰਨਮੈਂਟ ਨਾਲ ਆਸਕ ਰੱਖ ਸਕੀਏ ਕਿ ਇਹਨੂੰ ਘੱਟ ਕੀਤਾ ਜਾਵੇ ਸੋ ਦੈਟ ਕਿ ਅਫੋਰਡੇਬਲ ਬਣ ਸਕੇ ਆ ਐਡੂਕੇਸ਼ਨ ਅਫੋਰਡੇਬਲ ਬਣ ਸਕੇ ਤੇ ਐਕਸੈਸਿਬਲ ਬਣ ਸਕੇ ਇਹਨੂੰ ਹੋਰ ਜ਼ਿਆਦਾ ਬੱਚੇ ਐਕਸੈਸ ਕਰ ਸਕਣ। ਇਹ ਜਗਤਾਰ ਤੁਸੀਂ ਕਿਵੇਂ ਸੋਚ ਰਹੇ ਹੋ ਤੁਸੀਂ ਕਿਹਾ ਕਿ ਇੱਕ ਵਾਰੀ ਤੁਸੀਂ ਪੀਸਫੁਲ ਡੈਮੋਨਸਟ੍ਰੇਸ਼ਨ ਕਰ ਚੁੱਕੇ ਹੋ ਗਵਰਨਮੈਂਟ ਤੇ ਪ੍ਰੈਸ਼ਰ ਕਿਸ ਤਰੀਕੇ ਬਿਲਡ ਕਰੋਗੇ ਕੀ ਪਲਾਨਿੰਗ ਕੀ ਸਟ੍ਰੈਟਜੀ ਹੈਗੀ ਹੈ ਤੁਹਾਡੀ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਕੋਈ ਇੱਦਾਂ ਹੀ ਡੈਮੋਨਸਟ੍ਰੇਸ਼ਨਸ ਕਰੋਗੇ ਜਾਂ ਜਿਹੜੇ ਐਮਪੀਸ ਹੈਗੇ ਨੇ ਉਹਨਾਂ ਦੇ ਥਰੂ ਪ੍ਰੈਸ਼ਰਾਈਜ਼ ਕਰੋਗੇ ਜਾਂ ਗਵਰਨਮੈਂਟ ਨਾਲ ਕੋਈ ਉਹਨਾਂ ਨੂੰ ਲੈਟਰ ਲਿਖ ਕੇ ਜਾਂ ਸਿਗਨੇਚਰ ਕੈਂਪੇਨ ਚਲਾ ਕੇ ਕੀ ਸਟ੍ਰੈਟਜੀ ਹੈਗੀ ਹੈ ਤੁਹਾਡੀ? ਸਰ ਹਾਲੇ ਸਾਡੀ ਸਟ੍ਰੈਟਜੀ ਹੈਗੀ ਹੈ ਆਪਾਂ ਲੈਟਰਸ ਲਿਖ ਰਹੇ ਹੈਗੇ ਐਮਪੀਸ ਨੂੰ ਤੇ ਈਵਨ 1600 ਤੱਕ ਲੈਟਰਸ ਆਪਾਂ ਆਲਰੇਡੀ ਭੇਜ ਚੁੱਕੇ ਹਾਂ ਐਂਡ ਇਹ ਕੈਂਪੇਨ ਸਟਿਲ ਜਾਰੀ ਹੈਗੀ ਹੈ ਐਂਡ ਸਟਿਲ ਆਪਾਂ ਲੈਟਰਸ ਭੇਜ ਰਹੇ ਹਾਂ ਐਮਪੀਸ ਨੂੰ ਐਂਡ ਸਾਡਾ
ਕੀ ਹੈਗਾ ਕਿ ਜਿਹੜਾ ਡਿਸੀਜਨ ਆਪਾਂ ਇਨਫਲੂਐਂਸ ਕਰ ਸਕੀਏ, ਜਿਹੜੇ MPs ਹੈਗੇ ਜਿਹੜੇ ਸਾਨੂੰ ਰਿਪਰੈਜ਼ੈਂਟ ਕਰ ਰਹੇ ਹੈਗੇ ਇਸ ਕੰਟਰੀ ਵਿੱਚ, ਉਹਨਾਂ ਨੂੰ ਆਪਾਂ ਉਹਨਾਂ ਦੇ ਡਿਸੀਜਨ ਇਨਫਲੂਐਂਸ ਕਰ ਸਕੀਏ। ਸਾਡਾ ਪਹਿਲੀ ਆ ਸਟ੍ਰੈਟੇਜੀ ਹੈਗੀ ਹੈ। ਐਂਡ ਹਾਲੇ ਤੱਕ ਕੋਈ ਸਿਗਨੇਚਰ ਦੀ ਸਟ੍ਰੈਟੇਜੀ ਨਹੀਂ ਹੈਗੀ, ਬਿਕਾਜ਼ ਇਹ ਸਾਰੀਆਂ ਚੀਜ਼ਾਂ ਗਵਰਨਮੈਂਟ ਮਿਨਿਸਟਰਸ ਦੇ ਹੱਥ ਵਿੱਚ ਹੈਗੀ, ਤੇ ਆਪਾਂ ਲੈਟਰਸ ਲਿਖ ਕੇ ਹੀ ਉਹਨਾਂ ਉੱਪਰ ਆਪਾਂ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੈਸ਼ਰ ਵੀ ਨਹੀਂ, ਆਪਾਂ ਅਟੈਂਸ਼ਨ ਗ੍ਰੈਬ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਇਹ ਕੰਸਰਨ ਜੈਨੂਇਨ ਹੈਗਾ, ਸਿੰਸ ਇੰਟਰਨੈਸ਼ਨਲ ਸਟੂਡੈਂਟਸ ਇੰਨੇ ਜ਼ਿਆਦਾ ਹੈਗੇ ਕੈਨੇਡਾ ਵਿੱਚ, ਤੇ ਇਹਨੂੰ ਐਟਲੀਸਟ ਕੰਸੀਡਰ ਕੀਤਾ ਜਾਵੇ ਪੁਆਇੰਟ ਨੂੰ। ਇਹ ਸਾਡੀ ਗੱਲ ਹੈਗੀ ਹੈ। ਤੇ ਇਹ ਤੁਸੀਂ ਜਿਹੜੀ ਇਹ ਤੁਹਾਡੀ ਕੈਂਪੇਨ ਹੈਗੀ ਹੈ, ਕਿਉਂਕਿ ਦੇਖੋ ਜਗਤਾਰ ਜਿਹੜੇ ਸਟੂਡੈਂਟਸ ਨੇ ਉਹ ਜਿਹੜੀ BC ਸਟੇਟ ਆ ਉਹਦੇ 'ਚ ਵੀ ਬਹੁਤ ਨੇ, ਉਹ ਹੁਣ ਹੋਰ ਸਟੇਟਸ ਦੇ ਵਿੱਚ ਵੀ ਕਾਫੀ ਜ਼ਿਆਦਾ ਹੈਗੇ ਸਟੂਡੈਂਟਸ, ਉਹਨਾਂ ਨੂੰ ਕਿਉਂ ਨਹੀਂ ਇਨਵੋਲਵ ਕਰਦੇ ਤੁਸੀਂ ਆਪਣੀ ਇਸ ਕੈਂਪੇਨ ਦੇ ਵਿੱਚ? ਇਹ ਬਹੁਤ ਵਧੀਆ ਆਈਡੀਆ ਹੈਗਾ, ਬਟ ਇੱਥੇ ਸਾਡੀ ਜਿਹੜੀ ਮੇਨ ਆਪਾਂ ਐਡਵੋਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਉਹ ਹੈਗੇ ਸਪੈਸੀਫਿਕਲੀ ਓਨਟਾਰੀਓ ਵਿੱਚ, ਬਿਕਾਜ਼ ਜਦੋਂ ਆਪਾਂ ਸਟੈਟਸ ਦੇਖਦੇ ਹਾਂ ਪੂਰੇ ਪ੍ਰੋਵਿੰਸਿਸ ਵਿੱਚ, BC, ਨੋਵਾ ਸਕੋਸ਼ੀਆ, ਕਿਊਬੈਕ, ਪੂਰੇ ਪ੍ਰੋਵਿੰਸਿਸ ਵਿੱਚ ਓਨਟਾਰੀਓ ਬਹੁਤ ਘੱਟ ਐਡੂਕੇਸ਼ਨ ਫੰਡਿੰਗ ਦਿੰਦਾ, ਤੇ ਸਾਡਾ ਮੇਨ ਫੋਕਸ ਰਾਈਟ ਨਾਓ ਆ ਹੈਗਾ ਕਿ ਆਪਾਂ ਓਨਟਾਰੀਓ ਗਵਰਨਮੈਂਟ ਨੂੰ ਕਰੀਏ ਪਹਿਲਾਂ, ਬਿਕਾਜ਼ ਇੰਟਰਨੈਸ਼ਨਲ ਸਟੂਡੈਂਟਸ ਹਰ ਪ੍ਰੋਵਿੰਸਿਸ ਵਿੱਚ ਹੈਗੇ, ਬਟ ਇਹ ਸਾਡਾ ਹਾਲੇ ਪਲਾਨ ਨਹੀਂ ਹੈਗਾ ਕਿ ਆਪਾਂ ਦੂਸਰੇ ਪ੍ਰੋਵਿੰਸਿਸ ਤੋਂ ਸਟੂਡੈਂਟਸ ਨੂੰ ਆਪਣੇ ਨਾਲ ਕੋਲੈਬੋਰੇਟ ਕਰਕੇ ਆਪਾਂ ਫੈਡਰਲ ਗਵਰਨਮੈਂਟ ਨਾਲ ਕਰੀਏ, ਬਟ ਹਾਲੇ ਆਪਾਂ ਜਸਟ ਪ੍ਰੋਵਿੰਸ਼ੀਅਲ ਗਵਰਨਮੈਂਟ ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੋ ਦੈਟ ਆਪਾਂ ਪਹਿਲਾਂ ਓਨਟਾਰੀਓ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆਪਾਂ ਉਹਨਾਂ ਬਾਰੇ ਸੋਚ ਸਕੀਏ, ਉਹਨਾਂ ਬਾਰੇ ਆਪਾਂ ਐਕਸ਼ਨ ਲੈ ਸਕੀਏ। ਸਾਡਾ ਰਾਈਟ ਨਾਓ ਇਹ ਪਲਾਨ ਹੈ, ਬਟ ਵਾਈ ਨਾਟ, ਜੇ ਇੰਟਰਨੈਸ਼ਨਲ ਸਟੂਡੈਂਟਸ ਆ ਮੁੱਦਾ ਜੈਨੂਇਨ ਹੈਗਾ ਤੇ ਆਪਾਂ ਫੈਡਰਲ ਗਵਰਨਮੈਂਟ ਤੱਕ ਵੀ ਇਹ ਰੇਜ਼ ਕਰ ਸਕਦੇ ਹਾਂ ਇਨ ਦ ਕਮਿੰਗ ਈਅਰਸ। ਤੇ ਜਗਤਾਰ ਤੁਸੀਂ ਕਿੰਨੇ ਕੁ ਹੋਪਫੁਲ ਹੋ ਕਿ ਡਗ ਫੂਡ ਦੀ ਗਵਰਨਮੈਂਟ ਇਸ ਚੀਜ਼ ਨੂੰ ਐਕਸੀਡ ਕਰੇਗੀ, ਉਹ ਕੰਸੀਡਰ ਕਰੇਗੀ ਤੁਹਾਡੀ ਇਹ ਡਿਮਾਂਡ ਨੂੰ, ਤੇ ਨੀਡਫੁਲ ਕਰੇਗੀ? ਕਿੰਨਾ ਕੁ ਹੋਪਫੁਲ ਹੈਗੇ ਹੋ ਇਸ ਚੀਜ਼ ਨੂੰ ਲੈ ਕੇ? ਵੀ ਆਰ ਕੁਆਇਟ ਹੋਪਫੁਲ, ਬਿਕਾਜ਼ ਆਪਾਂ ਜਿੰਨੀਆਂ ਵੀ ਸਟੂਡੈਂਟ ਐਸੋਸੀਏਸ਼ਨਸ ਹੈਗੀਆਂ ਤੇ ਆਪਾਂ ਬਹੁਤ ਥਾਊਜ਼ੈਂਡ ਆਫ ਸਟੂਡੈਂਟਸ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਐਂਡ ਵੀ ਆਰ ਕੁਆਇਟ ਹੋਪਫੁਲ ਜਿੱਦਾਂ ਵੀ ਆਪਾਂ ਗਵਰਨਮੈਂਟ ਰਿਲੇਸ਼ਨਸ ਵੀ ਕਾਫੀ ਵਧੀਆ ਤਰੀਕੇ ਨਾਲ ਮੇਨਟੇਨ ਕਰ ਪਾ ਰਹੇ, ਐਂਡ ਆਪਾਂ ਸਾਡਾ ਮੇਨ ਫੋਕਸ ਆ ਹੈਗਾ ਕਿ ਆਪਾਂ ਜਿੰਨੇ ਜ਼ਿਆਦਾ ਤੋਂ ਜ਼ਿਆਦਾ MPPs ਨੂੰ ਆਪਾਂ ਔਨ ਬੋਰਡ ਲੈ ਸਕੀਏ, ਵੈਲ ਐਂਡ ਗੁੱਡ, ਐਂਡ ਦੇਰ ਆਰ ਮੈਨੀ ਅਦਰ ਆਰਗੇਨਾਈਜੇਸ਼ਨਸ ਜਿਹਨਾਂ ਨਾਲ ਆਪਾਂ ਕਰ ਰਹੇ ਹੈਗੇ। ਵੀ ਆਰ ਜਸਟ ਟੇਕਿੰਗ ਹੈਲਪ ਆਫ ਮੀਡੀਆ, ਕਿ ਮੀਡੀਆ ਵੱਧ ਤੋਂ ਵੱਧ ਮੀਡੀਆ ਕਵਰੇਜ ਹੋਵੇ ਇਸ ਟੌਪਿਕ ਦੇ ਉੱਤੇ, ਬਿਕਾਜ਼ ਜੇ ਆਪਾਂ ਗਵਰਨਮੈਂਟ ਦੀ ਅਟੈਂਸ਼ਨ ਲੈ ਸਕਦੇ ਹਾਂ, ਵੀ ਆਰ ਕੁਆਇਟ ਹੋਪਫੁਲ ਕਿ ਇਹਦੇ ਵਿੱਚ ਆਏਗਾ ਚੇਂਜ। ਜਗਤਾਰ, ਇਹ ਤਾਂ ਇੰਡੀਅਨ ਪਰਸਪੈਕਟਿਵ ਨਾਲ ਤੁਹਾਡਾ ਹੋ ਗਿਆ, ਜਿਵੇਂ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਇੰਡੀਆ ਤੋਂ ਆਏ ਹੋ। ਬਾਕੀ ਜਿਹੜੇ ਕਮਿਊਨਿਟੀਜ਼ ਦੇ ਲੋਕ ਨੇ, ਚਾਈਨੀਜ਼ ਨੇ, ਫਿਲੀਪੀਨਸ ਨੇ, ਹੋਰ ਕੰਟਰੀਜ਼ ਤੋਂ ਵੀ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ, ਉਹ ਵੀ ਇਕੁਅਲੀ ਇੰਥੂਜੀਆਸਟਿਕਲੀ ਤੁਹਾਡੇ ਨਾਲ ਪਾਰਟਿਸਿਪੇਟ ਕਰ ਰਹੇ ਨੇ ਜਾਂ ਨਹੀਂ ਕਰ ਰਹੇ? ਹਾਂਜੀ ਸਰ, ਇਹ ਬਹੁਤ ਵਧੀਆ ਕੁਐਸਚਨ ਹੈਗਾ, ਬਿਕਾਜ਼ ਜਦੋਂ ਆਪਾਂ ਪ੍ਰੋਟੈਸਟ ਤੇ ਗਏ ਸੀ ਆਈ ਵਾਸ ਐਕਸਪੈਕਟਿੰਗ ਸਾਡੀ ਇੰਡੀਅਨ ਕਮਿਊਨਿਟੀ ਉੱਥੇ ਹੋਏਗੀ, ਬਟ ਬਹੁਤ ਵਧੀਆ ਲੱਗਾ ਦੇਖ ਕੇ ਕਿ ਇੰਡੀਅਨ ਕਮਿਊਨਿਟੀ ਉਨੀ ਹੀ ਸੀਗੀ ਜਿੰਨੇ ਬਾਕੀ ਸੀਗੇ। ਦੇਰ ਵਰ ਮੈਨੀ ਆਫ ਦ ਫਿਲੀਪੀਨਸ ਜਿਹੜੇ ਉੱਥੇ ਆਏ ਹੋਏ ਸੀਗੇ, ਤੇ ਮੈਕਸੀਕੋ ਕਾਫੀ ਸੀਗੇ, ਜਿਹੜੇ ਮੈਕਸੀਕਨ ਸਾਡੇ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਉਹ ਬਹੁਤ ਆਏ ਹੋਏ ਸੀਗੇ, ਤੇ ਇਟਸ ਨਾਟ ਅਬਾਊਟ ਇੰਡੀਅਨਸ ਬਟ ਕਾਫੀ ਜ਼ਿਆਦਾ ਵੈਲ ਡਾਇਵਰਸੀਫਾਈਡ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਸਾਰੇ ਸਾਡੇ ਨਾਲ ਹੈਗੇ ਆ। ਸੋ ਇਹ ਦੇਖ ਕੇ ਬਹੁਤ ਖੁਸ਼ੀ ਵੀ ਹੁੰਦੀ ਹੈ ਕਿ ਸਾਰੇ ਸਾਨੂੰ ਸਪੋਰਟ ਕਰ ਰਹੇ ਹੈਗੇ, ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇਹਦੇ ਹੈਗੇ, ਬਿਕਾਜ਼ ਇਹ ਕੰਸਰਨ ਬਹੁਤ ਜੈਨੂਇਨ ਹੈਗਾ ਕਿ ਜਿੱਦਾਂ ਆਪਾਂ ਉਹਦੀ ਗੱਲ ਕਰ ਰਹੇ ਸੀਗੇ 20% ਤੇ 3% ਦੀ ਆਪਾਂ ਕੈਪ ਦੀ ਗੱਲ ਕੀਤੀ, ਤੇ ਹੁਣ ਜਿੱਦਾਂ ਸਪੋਜ਼ ਮੇਰੇ ਛੋਟੇ ਭੈਣ ਭਰਾ ਹੈਗੇ ਜਿਹੜੇ ਇੰਡੀਆ ਤੋਂ ਆਉਣਗੇ ਇਨ ਫਿਊਚਰ ਮੇ ਬੀ ਕੈਨੇਡਾ, ਜੇ ਉਹਨਾਂ ਦਾ ਮਨ ਬਣਦਾ ਹੈ, ਹੁਣ ਜੇ ਆ 20% ਤੱਕ ਇਨਕਰੀਜ਼ ਹੋ ਸਕਦੀ ਹੈ ਫੀਸ, ਆਪਾਂ 5-10 ਸਾਲਾਂ ਤੱਕ ਗੱਲ ਕਰੀਏ ਤੇ ਇਹ ਅਨਅਫੋਰਡੇਬਲ ਹੋ ਜਾਏਗੀ ਫੀਸ। ਮਤਲਬ ਜੇ 20% ਦੇ ਹਿਸਾਬ ਨਾਲ ਹਰ ਸਾਲ ਵਧਣ ਦੀ ਇਹਦੇ ਵਿੱਚ ਸ਼ਮਤਾ ਹੈਗੀ ਹੈ, ਕੈਪੈਸਿਟੀ ਹੈਗੀ ਹੈ, ਤੇ ਆਉਣ ਵਾਲੇ 5-10 ਸਾਲਾਂ ਵਿੱਚ ਬਹੁਤ ਅਨਅਫੋਰਡੇਬਲ ਹੋ ਜਾਏਗੀ ਆਉਣ ਵਾਲੇ ਬੱਚਿਆਂ ਵਾਸਤੇ। ਤਾਂ ਇਹ ਕੰਸਰਨ ਜੈਨੂਇਨ ਹੈਗਾ ਤੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਐਡਵੋਕੇਟ ਕਰ ਰਹੇ, ਤੇ ਆਲਦੋ ਇਹ ਥੋੜੀ ਜੀ ਮੈਨੂੰ ਪਰਸਨਲੀ ਇਹ ਲੱਗਦਾ ਕਿ ਥੋੜੀ ਜੀ ਸਾਨੂੰ ਜ਼ਿਆਦਾ ਈਅਰਸ ਟਾਈਮਲਾਈਨ ਚਾਹੀਦੀ ਹੈਗੀ ਹੈ ਇਹਨੂੰ ਐਕਸ਼ਨ ਵਿੱਚ ਦੇਖਣ ਵਾਸਤੇ। ਫੋਰ ਐਗਜ਼ਾਮਪਲ ਜਿੱਦਾਂ ਇਸ ਸਾਲ ਤੁਹਾਨੂੰ ਵੀ ਪਤਾ ਹੋਵੇਗਾ 20 ਆਵਰਸ ਦਾ ਕੈਪ ਲਿਫਟ ਆਫ ਹੋਇਆ ਹੈਗਾ ਵਰਕਿੰਗ ਆਵਰਸ ਤੋਂ ਇੰਟਰਨੈਸ਼ਨਲ। ਇਹ ਜਿਹੜੀ ਕੈਂਪੇਨ ਸੀਗੀ ਕਿੰਨੇ ਸਾਲਾਂ ਤੋਂ ਚੱਲ ਰਹੀ ਸੀਗੀ, ਕਿੰਨੇ ਸਾਲਾਂ ਤੋਂ ਐਡਵੋਕੇਸੀ ਕੈਂਪੇਨਸ ਚੱਲ ਰਹੀ ਸੀ ਕਿ ਇੰਟਰਨੈਸ਼ਨਲ ਸਟੂਡੈਂਟਸ ਆਰ ਸਫਰਿੰਗ ਫਰਮ ਦਿਸ, 20 ਆਵਰਸ ਘਟਾਏ ਜਾਣ, 20 ਆਵਰਸ ਦਾ ਕੈਪ ਹਟਾਇਆ ਜਾਏ ਜਾਂ ਵਧਾਇਆ ਜਾਏ 40 ਘੰਟੇ ਤੱਕ ਜਾਂ 60 ਘੰਟੇ ਤੱਕ ਕੀਤਾ ਜਾਵੇ। ਤੇ ਜਿਹੜੀ ਐਡਵੋਕੇਸੀ ਹੁੰਦੀ ਇਟ ਟੇਕਸ ਟਾਈਮ, ਬਟ ਆਈ ਐਮ ਰੀਅਲੀ ਵੈਰੀ ਹੈਪੀ ਕਿ ਦਿਸ ਵਾਜ਼ ਦ ਫਸਟ ਪ੍ਰੋਟੈਸਟ ਜਿਹੜਾ ਆਪਾਂ ਕੀਤਾ ਹੈਗਾ
ਫਰਸਟ ਕੈਂਪੇਨ ਹੈਗੀ ਹੈ ਸਪੈਸੀਫਿਕਲੀ ਟਾਰਗੇਟਿੰਗ ਇੰਟਰਨੈਸ਼ਨਲ ਟਿਊਸ਼ਨ ਇਨ ਓਨਟਾਰੀਓ ਤੇ ਲੈਟਸ ਸੀ ਵੇਅਰ ਦ ਥਿੰਗਸ ਗੋਜ਼ ਐਂਡ ਮੈਂ ਕਾਫੀ ਹੋਪਫੁਲ ਹੈਗਾ ਇਸ ਚੀਜ਼ ਨੂੰ ਲੈ ਕੇ। ਜਗਤਾਰ, ਅਸੀਂ ਜਾਣਦੇ ਹਾਂ ਸਾਰੇ ਕਿ ਇੰਟਰਨੈਸ਼ਨਲ ਸਟੂਡੈਂਟ ਜਦੋਂ ਆਉਂਦੇ ਨੇ ਇੱਥੇ ਸਟਰਗਲ ਕਰਦੇ ਨੇ, ਉਹਨਾਂ 'ਤੇ ਬਹੁਤ ਸਾਰਾ ਮੈਂਟਲ ਪ੍ਰੈਸ਼ਰ ਹੁੰਦਾ ਤੇ ਇਹ ਹੋਇਆ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੀ 2 ਪੰਜਾਬੀ ਸਟੂਡੈਂਟ ਹੀ ਇੱਥੇ ਹਾਰਟ ਅਟੈਕ ਨਾਲ ਮਰ ਗਏ ਨੇ। ਇੱਕ ਇੱਥੇ ਸਾਡੇ ਸਰੀ ਦੇ ਵਿੱਚ, ਦੂਸਰਾ ਬਰੰਪਟਨ ਦੇ ਵਿੱਚ ਇੱਕ ਲੜਕੀ 3-4 ਦਿਨ ਪਹਿਲਾਂ ਉਹਦੀ ਡੈਥ ਹੋਈ ਹੈ। ਹਾਰਟ ਅਟੈਕ ਵਾਜ਼ ਦਾ ਰੀਜ਼ਨ। ਤੇ ਇਹ ਜਿਹੜਾ ਪ੍ਰੈਸ਼ਰ ਹੈ ਇਹ ਹੋਰ ਜਿਹੜੇ ਕਈ ਆਸਪੈਕਟਸ ਹੈਗੇ ਸਟਰਗਲ ਦੇ ਸਟੂਡੈਂਟਸ ਦੇ, ਜਿਵੇਂ ਉਹਨਾਂ ਨੂੰ ਜਿਹੜੇ ਕੰਮ ਦੇ ਉੱਤੇ ਕਈ ਲੋਕੀ ਐਕਸਪਲੋਇਟ ਕਰਦੇ ਨੇ, ਜਾਂ ਘਰਾਂ ਦੀ ਪ੍ਰੋਬਲਮ ਹੈਗੀ ਹੈ, ਕਿਰਾਏ ਤੇ ਘਰ ਨਹੀਂ ਮਿਲਦੇ, ਲੋਕੀ ਉਹਨਾਂ ਨੂੰ ਫੇਅਰ ਟਰੀਟਮੈਂਟ ਨਹੀਂ ਮਿਲਦਾ, ਉਹਦੇ ਬਾਰੇ ਕੀ ਕਹੋਗੇ? ਇਹ ਕੰਸਰਨ ਬਹੁਤ ਜੈਨੂਇਨ ਹੈਗਾ। ਹੁਣ ਜਿੱਦਾਂ ਆਪਾਂ ਸਟੂਡੈਂਟ ਐਸੋਸੀਏਸ਼ਨ ਦੇ, ਸਾਡਾ ਮੇਨ ਰਿਸਪੌਂਸਿਬਿਲਿਟੀ ਤੇ ਡਿਊਟੀਜ਼ ਹੀ ਹੈ ਕਿ ਸਾਡੇ ਸਟੂਡੈਂਟ ਸਫਰ ਨਹੀਂ ਹੋਣੇ ਚਾਹੀਦੇ। ਤੇ ਆਲਦੋ ਵੀ ਆਰ ਜਿਹੜਾ ਆਪਾਂ ਅਕਾਊਂਟੇਬਲ ਹੈਗੇ ਸੈਂਟੀਨਲ ਕਾਲਜ ਦੇ ਸਟੂਡੈਂਟਸ ਵਾਸਤੇ, ਬਟ ਆਪਾਂ ਇੱਥੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੰਸੀਡਰ ਕਰਕੇ ਚੱਲਦੇ ਹਾਂ। ਐਂਡ ਜਿੱਦਾਂ ਤੁਸੀਂ ਦੱਸਿਆ ਕਿ ਸਟ੍ਰੈਸ ਬਹੁਤ ਜ਼ਿਆਦਾ ਹੁੰਦਾ ਹੈਗਾ ਸਟੂਡੈਂਟਸ ਨੂੰ, ਤੇ ਇਹ ਆਪਾਂ ਕੰਸਰਨ ਜਿੱਦਾਂ ਇੱਕ ਆਰਗੇਨਾਈਜੇਸ਼ਨ ਹੈਗੀ ਜਿਹੜੀ ਹੈਗੀ CASA CASA ਕੈਨੇਡੀਅਨ ਅਲਾਈਅੰਸ ਆਫ ਸਟੂਡੈਂਟ ਐਸੋਸੀਏਸ਼ਨ, ਇਹਦੇ ਵਿੱਚ ਕਾਫੀ ਅਕ੍ਰੋਸ ਕੈਨੇਡਾ ਜਿੰਨੀਆਂ ਸਟੂਡੈਂਟ ਐਸੋਸੀਏਸ਼ਨਸ ਆ ਉਹ ਇਸ ਆਰਗੇਨਾਈਜੇਸ਼ਨ ਦਾ ਪਾਰਟ ਹੈਗੇ। ਐਂਡ CCSA ਸੈਂਟੀਨਲ ਕਾਲਜ ਸਟੂਡੈਂਟ ਐਸੋਸੀਏਸ਼ਨ ਵੀ ਇਹਨਾਂ ਦੀ ਪਾਰਟ ਹੈਗੀ ਹੈ। ਤੇ CASA ਕੀ ਕਰਦੀ ਹੈ, ਫੈਡਰਲ ਗਵਰਨਮੈਂਟ ਤੇ ਪੂਰੇ ਮਤਲਬ ਕੈਨੇਡਾ ਲੈਵਲ ਤੇ ਆਪਾਂ ਫੈਡਰਲ ਲੈਵਲ ਤੇ ਐਡਵੋਕੇਟ ਕਰਦੇ ਹਾਂ। ਤੇ ਉਸ ਆਰਗੇਨਾਈਜੇਸ਼ਨ ਦਾ ਮੇਨ ਮੁੱਦਾ ਹੀ ਆ ਹੈਗਾ ਕਿ ਆਪਾਂ ਮੈਂਟਲ ਹੈਲਥ ਕਿੱਦਾਂ ਸੁਧਾਰਨੀ ਹੈਗੀ ਇੰਟਰਨੈਸ਼ਨਲ ਸਟੂਡੈਂਟਸ ਦੀ। ਤੇ ਉਹਨਾਂ ਦਾ ਫਸਟ ਜਿਹੜੀ ਉਹ ਮੰਗ ਰੱਖ ਰਿਹਾ ਫੈਡਰਲ ਗਵਰਨਮੈਂਟ ਤੋਂ ਕਿ ਜ਼ਿਆਦਾ ਫੰਡਿੰਗ ਦਿੱਤੀ ਜਾਵੇ ਸੋ ਦੈਟ ਕਿ ਆਪਾਂ ਮੈਂਟਲ ਹੈਲਥ ਨੂੰ ਆਪਾਂ ਕਰ ਸਕੀਏ, ਆਪਾਂ ਉਹਨੂੰ ਵਧੀਆ ਕਰ ਸਕੀਏ, ਆਪਾਂ ਉਹਨਾਂ 'ਤੇ ਕਾਫੀ ਜ਼ਿਆਦਾ ਕੋਈ ਵੀ ਆਪਾਂ ਆਰਗੇਨਾਈਜੇਸ਼ਨ ਸੈੱਟ ਕਰ ਸਕੀਏ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੀ ਮੈਂਟਲ ਹੈਲਥ ਸਪੈਸੀਫਿਕਲੀ ਜਾਂ ਪੋਸਟ ਸੈਕੰਡਰੀ ਸਟੂਡੈਂਟਸ ਦੀ ਮੈਂਟਲ ਹੈਲਥ ਨੂੰ ਆਪਾਂ ਕਰ ਸਕੀਏ ਆਪਾਂ ਟੈਕਲ। ਤੇ ਇਹ ਚੀਜ਼ ਹੈਗੀ ਹੈ। ਤੇ ਜੇ ਆਪਾਂ ਗੱਲ ਕਰੀਏ ਅਫੋਰਡੇਬਿਲਿਟੀ ਆਫ ਹਾਊਸਿਸ, ਜਿੱਦਾਂ ਇਨਫਲੇਸ਼ਨ ਵੀ ਕਾਫੀ ਜ਼ਿਆਦਾ ਵੱਧ ਰਹੀ, ਇੰਟਰਨੈਸ਼ਨਲ ਸਟੂਡੈਂਟ ਸਾਡੇ ਸਫਰ ਕਰ ਰਹੇ, ਤੇ ਇਹ ਚੀਜ਼ਾਂ ਥੋੜ੍ਹੀ ਜਿਹੀਆਂ ਮੁਸ਼ਕਿਲ ਹੈਗੀਆਂ ਐਂਡ ਸਟਰਗਲ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ। ਐਂਡ ਜੇ ਆਪਾਂ ਗੱਲ ਕਰੀਏ ਐਕਸਪਲੋਇਟੇਸ਼ਨ ਦੀ, ਐਕਸਪਲੋਇਟ ਹੁੰਦੇ ਹੈਗੇ ਇੱਥੇ ਬੱਚੇ। ਜਿੱਦਾਂ ਮੈਨੂੰ ਰੀਸੈਂਟਲੀ ਇੱਕ ਸਟੂਡੈਂਟ ਮਿਲਿਆ ਸੀਗਾ ਜਦੋਂ 20 ਆਰ ਦਾ ਕੈਪ ਨਹੀਂ ਰਿਮੂਵ ਹੋਇਆ ਸੀ, ਐਂਡ ਉਹ ਕਹਿੰਦਾ ਜਗਤਾਰ ਮੈਂ $8 ਤੇ ਰੈਸਟੋਰੈਂਟ ਵਿੱਚ ਕੰਮ ਕਰਦਾ। ਐਂਡ ਜਦੋਂ ਮੈਂ ਸੁਣਿਆ ਮੈਂ ਕਿਹਾ ਅੱਧੇ ਪੇ ਰੇਟ ਤੇ ਤੁਸੀਂ ਕਿੱਦਾਂ ਕਰ ਸਕਦੇ ਹੋ ਕੰਮ? ਤੇ ਕਹਿੰਦਾ ਕਿ ਜਗਤਾਰ ਮੈਨੂੰ ਕੈਸ਼ ਜੌਬ ਦੀ ਲੋੜ ਹੈਗੀ ਹੈ, ਮੈਂ ਅੰਡਰ ਦ ਟੇਬਲ ਜੌਬ ਕਰਨੀ ਹੈਗੀ ਬਿਕਾਜ਼ ਨਹੀਂ 20 ਘੰਟੇ ਨਾਲ ਕੁਛ ਨਹੀਂ ਬਣਦਾ। ਤੇ ਮੈਂ ਜਦੋਂ ਫਿਰ ਉਸ ਹਫ਼ਤੇ ਬਾਅਦ ਨਿਊਜ਼ ਆ ਗਈ ਸੀ ਕਿ 20 ਆਵਰਸ ਦਾ ਕੈਪ ਰਿਮੂਵ ਕਰ ਰਹੀ ਹੈ ਗਵਰਨਮੈਂਟ। ਐਂਡ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਸੀ ਕਿ ਚਲੋ ਹੁਣ ਜਿਹੜੇ ਹਿਊਮਿਲੀਏਟ ਬੱਚੇ ਹੁੰਦੇ ਸੀ, ਆਪਣੇ ਐਕਸਪਲੋਇਟ ਹੁੰਦੇ ਸੀ, ਆਪਣੇ ਪੰਜਾਬੀ ਸਟੂਡੈਂਟਸ ਬਹੁਤ ਰੈਸਟੋਰੈਂਟਸ ਵਿੱਚ $8 ਤੇ ਕੰਮ ਕਰਦੇ ਸੀ, ਹੁਣ ਉਹਨਾਂ ਦੀ ਐਕਸਪਲੋਇਟੇਸ਼ਨ ਨਹੀਂ ਹੋਏਗੀ। ਹੁਣ ਉਹ ਪਾਬੰਦੀ ਨਹੀਂ ਹੈਗੀ ਉਹਨਾਂ ਦੇ ਉੱਤੇ ਕਿ ਤੁਸੀਂ ਉਹ ਰੈਸਟੋਰੈਂਟ ਵਿੱਚ ਹੀ ਕੰਮ ਕਰਨਾ। ਹੁਣ ਉਹ ਬਾਹਰ ਕੋਈ ਵੀ ਵਧੀਆ ਜੌਬ ਲੈ ਸਕਦੇ ਹੈ, ਮਿਨੀਮਮ ਵੇਜ ਤੇ 15-50 ਹੈਗੇ, ਇੱਥੇ ਉੱਤੇ ਕੰਮ ਕਰ ਸਕਦੇ ਆਪਣੇ ਇੰਟਰਨੈਸ਼ਨਲ ਸਟੂਡੈਂਟ, ਤੇ ਉਹਦੀ ਐਕਸਪਲੋਇਟੇਸ਼ਨ ਨਹੀਂ ਹੋਏਗੀ। ਤੇ ਹੁਣ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਸਟ੍ਰਿਕਟ ਸਟੈਪਸ ਲੈਣ ਸੋ ਦੈਟ ਕਿ ਐਕਸਪਲੋਇਟੇਸ਼ਨ ਕਿੱਦਾਂ ਰੋਕ ਸਕਣ, ਅਫੋਰਡੇਬਿਲਿਟੀ ਹੋ ਸਕੇ ਹਾਊਸਿਸ ਦੀ। ਜਗਤਾਰ, ਤੁਸੀਂ ਇਸ ਸਾਡੇ ਮੀਡੀਅਮ ਦੇ ਥਰੂ ਕੁਝ ਸਟੂਡੈਂਟਸ ਨੂੰ ਅਪੀਲ ਕਰਨੇ ਚਾਹੋ ਆਪਣੇ ਵੱਲੋਂ ਕਿ ਉਹ ਕਿਸ ਤਰੀਕੇ ਨਾਲ ਤੁਹਾਡਾ ਸਾਥ ਦੇਣ ਤਾਂ ਕਿ ਇਹ ਕੈਂਪੇਨ ਨੂੰ ਇੱਕ ਜਿਹੜੀ ਬਹੁਤ ਵੱਡੀ ਹੁੰਗਾਰਾ ਮਿਲੇ, ਫਰਦਰ ਇਹਨੂੰ ਪੁਸ਼ ਮਿਲੇ ਤੇ ਇਹਨੂੰ ਜਿਹੜੇ ਤੁਹਾਡਾ ਗੋਲ ਆ ਉਹ ਅਚੀਵ ਕਰਨ 'ਚ ਸੌਖਾ ਹੋ ਜਾਏ। ਇਸ ਦੇ ਬਾਰੇ ਕੋਈ ਅਪੀਲ ਕਰਨੀ ਚਾਹੋ ਤਾਂ ਕਰ ਸਕਦੇ ਹੋ। ਰਾਈਟ, ਮੈਂ ਪਹਿਲਾਂ ਤੇ ਅਪੀਲ ਕਰਨਾ ਚਾਹੂੰਗਾ ਜਿਹੜੇ ਸਟੂਡੈਂਟਸ ਸਾਡੇ ਨਾਲ ਜੁੜਨਾ ਚਾਹੁੰਦੇ ਆ, needorgrade.ca ਸਾਡੀ ਵੈਬਸਾਈਟ ਹੈਗੀ ਜਿਹੜੀ ਇਸ ਕੈਂਪੇਨ ਦੀ ਹੈਗੀ ਹੈ। ਆਪਣੀਆਂ ਪਰਸਨਲ ਸਟੋਰੀਜ਼ ਸ਼ੇਅਰ ਕਰੋ, ਬਿਕਾਜ਼ ਜੇ ਆਪਾਂ ਆਪਣੀਆਂ ਪਰਸਨਲ ਸਟੋਰੀਜ਼ ਨਹੀਂ ਸ਼ੇਅਰ ਕਰਾਂਗੇ ਤੇ ਫਿਰ ਉਹ ਇੰਨਾ ਜ਼ਿਆਦਾ ਇਫੈਕਟਿਵ ਨਹੀਂ ਹੋਏਗਾ। ਆਪਣੀਆਂ ਸਟੋਰੀਜ਼ ਸ਼ੇਅਰ ਕਰੋ। ਉਹਦੇ 'ਤੇ ਇੱਕ ਜਦੋਂ ਤੁਸੀਂ ਵੈਬਸਾਈਟ 'ਤੇ ਜਾਓਗੇ ਉੱਥੇ ਇੱਕ ਪੋਰਟਲ ਹੈਗਾ ਜਿਹਦੇ ਨਾਲ ਤੁਸੀਂ ਇਨਫੋਰਮੇਸ਼ਨ ਡਾਲ ਕੇ ਡਾਇਰੈਕਟਲੀ MPPs ਨੂੰ ਲੈਟਰ ਲਿਖ ਸਕਦੇ ਹੋ। ਜਿਹੜੇ ਓਨਟਾਰੀਓ ਸਟੂਡੈਂਟਸ ਹੈਗੇ ਹੈ ਸਪੈਸੀਫਿਕਲੀ ਉਹ ਆਪਣੀ ਸ਼ੇਅਰ ਕਰਕੇ ਤੇ MPPs ਨੂੰ ਡਾਇਰੈਕਟ ਲੈਟਰ ਲਿਖ ਸਕਦੇ ਆ। ਆਪਾਂ ਇੱਦਾਂ ਦਾ ਮੈਕੈਨਿਜ਼ਮ ਕੀਤਾ ਹੋਇਆ ਆਪਣੀ ਵੈਬਸਾਈਟ 'ਤੇ। ਅਤੇ ਬਾਕੀ ਜਿਹੜੀ ਮੇਰੀ ਓਵਰਆਲ ਅਪੀਲ ਹੈਗੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਹ ਹੈਗੀ ਹੈ ਕਿ ਲਾਈਕ ਤੁਸੀਂ ਸਾਹਮਣੇ ਆਓ। ਆਲਦੋ ਇਹ ਬਹੁਤ ਇਹਦੇ ਵਾਸਤੇ ਜਿਗਰਾ ਚਾਹੀਦਾ ਹੈ, ਕਰੇਜ ਚਾਹੀਦਾ ਹੈਗਾ, ਬਰੇਵਰੀ ਹੋਣੀ ਚਾਹੀਦੀ ਹੈ ਬਿਕਾਜ਼ ਆਪਾਂ ਫੋਰਨ ਕੰਟਰੀ 'ਤੇ ਹੈ। ਬਟ ਜੇ ਤੁਸੀਂ ਆਪਣੀ ਵੋਇਸ ਨਹੀਂ ਅੱਗੇ ਤੱਕ ਲੈ ਕੇ ਆਓਗੇ ਤਾਂ ਤੁਸੀਂ ਨਹੀਂ, ਆਪਾਂ ਸਾਰੇ ਐਕਸਪਲੋਇਟ ਹੋ ਹੀ ਜਾਵਾਂਗੇ।
ਹੁਣ ਕਈ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਐਕਸਪਲੋਇਟ ਹੁੰਦੇ ਬਟ ਉਹ ਬੋਲਦੇ ਹੀ ਨਹੀਂ ਹੈਗੇ, ਆਪਣੀ ਵੌਇਸ ਹੀ ਨਹੀਂ ਰੇਜ਼ ਕਰਦੇ, ਉਹ ਆਵਾਜ਼ ਹੀ ਨਹੀਂ ਚੱਕਦੇ। ਐਂਡ ਉਹਨਾਂ ਦਾ ਜਿਹੜਾ ਡਰ ਹੈਗਾ ਉਹ ਜੈਨੂਇਨ ਹੈਗਾ ਕਿ ਆਪਾਂ ਫੋਰਨ ਕੰਟਰੀ ਵਿੱਚ ਹੈ, ਆਪਾਂ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ, ਲੀਗਲੀ ਸਾਰਾ ਕੁਛ ਇਨਵੋਲਵਡ ਹੈਗਾ। ਬਟ ਤੁਸੀਂ ਜੇ ਵਧੀਆ ਤਰੀਕੇ ਨਾਲ ਆਪਣਾ ਸਪੋਰਟ ਲੈ ਕੇ ਆਪਣੀ ਵੌਇਸ ਰੇਜ਼ ਕਰਦੇ ਹੋ, ਪਲੀਜ਼ ਆਪਣੀ ਵੌਇਸ ਰੇਜ਼ ਕਰੋ, ਬਿਕਾਜ਼ ਇੱਕ ਵੌਇਸ ਜਿਹੜੀ ਤੁਹਾਡੀ ਹੋਏਗੀ, ਜੇ ਕੰਸਰਨ ਜੈਨੂਇਨ ਹੈਗਾ ਤੇ ਆਪਾਂ ਬਹੁਤ ਸਾਰੇ ਉਹਦੇ ਸੋਲਿਊਸ਼ਨਸ ਲੱਭ ਸਕਦੇ ਹਾਂ। ਬਸ ਮੇਰੀ ਆਹੀ ਅਪੀਲ ਰਹੇਗੀ ਤੁਹਾਡੇ ਮੀਡੀਅਮ ਥਰੂ। ਜਗਤਾਰ, ਮੈਂ ਤੁਹਾਡੇ ਤੋਂ ਫਾਈਨਲੀ ਇਹ ਪੁੱਛਣਾ ਚਾਹੂੰਗਾ ਕਿ ਫਿਲਹਾਲ ਜਿਹੜਾ ਇਹ ਫੀ ਨੂੰ ਲੈ ਕੇ ਤੁਹਾਡਾ ਗੋਲ ਹੈਗਾ, ਫਿਊਚਰ ਦੇ ਵਿੱਚ ਜੇ ਤੁਸੀਂ ਇਹ ਗੋਲ ਅਚੀਵ ਕਰ ਲੈਂਦੇ ਹੋ ਤਾਂ ਜਿਹੜੇ ਹੋਰ ਰਿਲੇਟਡ ਗੋਲਸ ਨੇ, ਜਿਵੇਂ ਹੁਣ ਇਮੀਗ੍ਰੇਸ਼ਨ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ, ਜੈਨੂਅਨ ਬੱਚਿਆਂ ਦੇ ਵੀਜ਼ੇ ਨਹੀਂ ਲੱਗ ਰਹੇ, ਜਿਹੜੇ ਸਟੂਡੈਂਟ ਇੱਥੇ ਆਏ ਹੋਏ ਨੇ ਉਹਨਾਂ ਦੇ ਪੇਰੈਂਟਸ ਦੇ ਵੀਜ਼ੇ, ਸਪਾਊਸ ਵੀਜ਼ਾ ਨਹੀਂ ਲੱਗ ਰਹੇ, ਉਹ ਵੀ ਫਿਊਚਰ 'ਚ ਇਨਵੋਲਵ ਕਰ ਸਕਦੇ ਹੋ ਇਹਨਾਂ ਦੇ ਰਿਲੇਟਡ ਇਸ਼ੂਜ਼? ਰਾਈਟ, ਜਿਹੜੀ ਆ ਪਰਟੀਕੂਲਰ ਕੈਂਪੇਨ ਹੈਗੀ ਹੈ, ਇਹਨੂੰ ਆਪਾਂ ਸਟ੍ਰਿਕਟਲੀ ਜਸਟ ਇੰਟਰਨੈਸ਼ਨਲ ਫੀਸ ਵਾਸਤੇ ਰੱਖਣਾ ਚਾਹੁੰਦੇ ਹਾਂ। ਅਤੇ ਬਾਕੀ ਜਿੱਦਾਂ ਆ ਜਿਹੜੀ ਸਾਰੀਆਂ ਪ੍ਰੋਬਲਮਸ ਹੈਗੀਆਂ ਉਹ ਆਲਰੇਡੀ ਆਪਾਂ ਐਡਵੋਕੇਟ ਕਰ ਰਹੇ ਹਾਂ, ਜਿੱਦਾਂ ਮੈਂ ਕਾਸਾ ਦਾ ਜ਼ਿਕਰ ਕੀਤਾ, ਅਤੇ ਆ ਆਲਰੇਡੀ ਉਸ ਚੀਜ਼ 'ਤੇ ਆਪਾਂ ਐਡਵੋਕੇਟ ਕਰ ਰਹੇ ਹੈਗੇ ਲਗਾਤਾਰ। ਸੋ ਜਸਟ ਇਹ ਇੱਕ ਪਾਰਟ ਹੈਗਾ ਐਡਵੋਕੇਸੀ ਕੈਂਪੇਨ ਜਿਹੜਾ ਸਟ੍ਰਿਕਟਲੀ ਉਹਦੇ ਉੱਪਰ ਰਹੇਗਾ, ਇੰਟਰਨੈਸ਼ਨਲ ਟਿਊਸ਼ਨ ਦੇ ਉੱਪਰ ਫੋਕਸ ਰਹੇਗਾ। ਬਟ ਸਾਡਾ ਜੇ ਆ ਗੋਲ ਅਚੀਵ ਹੋ ਜਾਂਦਾ ਦੈਨ ਵੀਲ ਜਸਟ ਲੁੱਕ ਫਾਰਵਰਡ ਕਿ ਆਪਾਂ ਪੂਰੇ ਕੈਨੇਡਾ ਦੇ ਸਟੂਡੈਂਟਸ ਨੂੰ ਕਿੱਦਾਂ ਲੈ ਕੇ ਆਪਾਂ ਗਵਰਨਮੈਂਟ ਨੂੰ ਅਪੀਲ ਕਰ ਸਕਦੇ ਹਾਂ ਕਿ ਇੰਟਰਨੈਸ਼ਨਲ ਟਿਊਸ਼ਨ ਇੰਨੀ ਜ਼ਿਆਦਾ ਹੈਗੀ ਹੈ, ਇਹਨੂੰ ਤੁਸੀਂ ਓਵਰਆਲ ਘਟਾਓ। ਇਹ ਆਪਾਂ ਅਪੀਲ ਜ਼ਰੂਰ ਕਰ ਸਕਦੇ ਇਨ ਕਮਿੰਗ ਈਅਰਸ। ਠੀਕ ਹੈ ਜਗਤਾਰ ਜੀ, ਸਾਡੇ ਨਾਲ ਜੁੜਨ ਲਈ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਸਰ। ਸਾਥੀਓ, ਇਹ ਸਨ ਜਗਤਾਰ ਸਿੰਘ, ਜਿਹੜੇ ਨੀਡ ਔਰ ਗਰੀਡ ਕੈਂਪੇਨ ਨਾਲ ਜੁੜੇ ਹੋਏ ਨੇ। ਉਹਨਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਇਹ ਜਿਹੜੀ ਫੀਸ ਹੈ ਇੰਟਰਨੈਸ਼ਨਲ ਸਟੂਡੈਂਟਸ ਤੋਂ ਇੰਨੀ ਜ਼ਿਆਦਾ ਲਈ ਜਾਂਦੀ ਹੈ, ਕਿਵੇਂ ਉਹ ਅਨਜਸਟੀਫਾਈਡ ਹੈ ਅਤੇ ਕਿਵੇਂ ਉਹਨੂੰ ਠੀਕ ਕੀਤਾ ਜਾ ਸਕਦਾ। ਅਤੇ ਸਾਨੂੰ ਉਮੀਦ ਹੈ ਵੀ ਕਮਿਊਨਿਟੀ ਦੇ ਲੋਕ ਜਿਹੜੇ ਇੱਥੇ ਹੈਗੇ ਨੇ, ਜਿਹੜੇ ਮਾਈਗ੍ਰੇਟ ਹੋ ਕੇ ਇੱਥੇ ਪੱਕੇ ਹੋ ਗਏ ਨੇ ਹੁਣ, ਉਹ ਵੀ ਇਹਨਾਂ ਨਾਲ ਜੁੜਨਗੇ, ਆਪਣੇ ਤਰੀਕੇ ਨਾਲ ਇਹਨਾਂ ਨੂੰ ਸਪੋਰਟ ਕਰਨਗੇ ਤਾਂ ਕਿ ਇਹ ਜਿਹੜਾ ਕੰਸਰਨ ਹੈ ਉਹ ਐਡਰੈਸ ਹੋ ਸਕੇ। ਉਮੀਦ ਹੈ ਇਹ ਗੱਲਬਾਤ ਤੁਹਾਨੂੰ ਪਸੰਦ ਆਏਗੀ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ, ਸਾਨੂੰ ਇੰਤਜ਼ਾਰ ਰਹੇਗਾ। ਕੈਮਰਾਮੈਨ ਅਰਮਿੰਦਰ ਦੇ ਨਾਲ ਮੈਂ ਕੁਲਦੀਪ ਮਾਨ, ਫਾਰ TV ਪੰਜਾਬ।